ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ SMC ਗੁਰਮਤਿ ਕਲਾਸ USA ਵਿੱਚ ਆਪ ਸਾਰਿਆਂ ਨੂੰ ਜੀ ਆਇਆਂ, ਸਾਰਿਆਂ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ ਤੁਖਾਰੀ ਰਾਗ ਦੇ 12 ਮਾਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 1107 ਤੋਂ ਸ਼ੁਰੂ ਹੁੰਦੇ ਹਨ। ਪਹਿਲੇ 2 ਅੰਕਾਂ ਦੇ ਵਿਚਾਰ ਅਸੀਂ ਕਰ ਚੁੱਕੇ ਹਾਂ। ਤੀਜੇ ਅੰਕ ਤੋਂ ਅੱਜ ਦੀ ਵਿਚਾਰ ਆਰੰਭ ਕਰਨੀ ਹੈ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਮਨ ਤਨ ਰਵਤ ਰਵੰਨੇ ਘੜੀ ਨਾ ਵਿਸਰੈ। ਇਹ ਵਿਚਾਰਾਂ ਕਰ ਰਹੇ ਹਨ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਲੁਧਿਆਣੇ ਤੋਂ। ਬੇਨਤੀ ਕਰ ਰਿਹਾ ਹਾਂ ਗਿਆਨੀ ਅੰਮ੍ਰਿਤਪਾਲ ਸਿੰਘ ਜੀ ਨੂੰ ਕਿ ਅੱਜ ਦੀ ਵਿਚਾਰ ਆਰੰਭ ਕਰਨ। ਗਿਆਨੀ ਅੰਮ੍ਰਿਤਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ ਸਤਿਕਾਰਯੋਗ ਸਰਦਾਰ ਹਰਜੀਤ ਸਿੰਘ ਜੀ, ਉਹਨਾਂ ਦੇ ਸਮੁੱਚੇ ਵਿਦਵਾਨਾਂ ਦੀ ਟੀਮ, ਇਸ ਕਲਾਸ ਨਾਲ ਜੁੜੀ ਹੋਈ ਸਮੂਹ ਸਾਧ ਸੰਗਤ ਨੂੰ ਬਹੁਤ ਹੀ ਪਿਆਰ ਸਹਿਤ ਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਤੁਖਾਰੀ ਰਾਗ ਵਿੱਚ ਦਰਜ 12 ਮਾਹ ਬਾਣੀ ਦੀ ਵਿਚਾਰ ਦੇ ਨਾਲ ਅਸੀਂ ਸਾਂਝ ਪਾ ਰਹੇ ਹਾਂ। ਛੰਤਾਂ ਦੇ ਰੂਪ ਦੇ ਵਿੱਚ ਇਹ ਬਾਣੀ ਹੈ। 17 ਇਹਦੇ ਪਦੇ ਹਨ। ਅੱਜ ਤੀਸਰੇ ਪਦੇ ਤੋਂ ਵਿਚਾਰ ਆਰੰਭ ਹੈ। ਸਭ ਤੋਂ ਪਹਿਲਾਂ ਮੈਂ ਅੱਜ ਦੇ ਤੀਜੇ ਪਦੇ ਦਾ ਸ਼ਬਦ ਆਪ ਜੀ ਨੂੰ ਸਰਵਣ ਕਰਾ ਦਿਆਂ, ਨਾਲ ਇਹਦਾ ਉਚਾਰਨ ਵੀ ਅਸੀਂ ਦੇਖ ਲਈਏ ਜੀ, ਨਾਲ ਵਿਆਕਰਨਿਕ ਨੇਮ ਵੀ ਦੇਖ ਲਈਏ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ, ਮਨ ਤਨ ਰਵਤ ਰਵੰਨੇ ਘੜੀ ਨਾ ਵਿਸਰੈ। ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ। ਨਾ ਕੋਈ ਮੇਰਾ ਹੋਂ ਕਿਸ केरा, हर बिन रहन ना जाए। ओट गही हर चरण निवासे, भय पवित्र शरीरा। नानक दृष्ट दीर्घ सुख पावै, गुर शब्दी मन धीरा। नानक दृष्ट दीर्घ सुख पावै, गुरु शब्दी मन धीरा। सतगुरु साहिब श्री गुरु नानक देव जी महाराज पातशाह जी के मुखारबिंद तो उचारण तुखारी राग विच दर्ज 12 माह बाणी के तीसरे पदे का पाठ आपने सरवण किया है। तू सुन, तू का इत्थे नासकी उचारण होएगा। सुन, सुन दे इत्थे नाने नूं सियारी है। हुक्मी भविष्ठकाल मध्यम पुरख की क्रिया जिहड़ी है, जां ते आखिरी अखर सियारी नाल आउंदी है, जां आखिरी अखर औंकड़ दे नाल आउंदी है। ये सुन जिहड़ा है ये दोनों रूपां च बाणी विच आया है। सुन दे नाने नूं सियारी नाल मैंने तू सुन, ते सुन नन्हे अखर दे नाल पैर चौंकड़ ला के तू सुन, दोनों रूपां दे विच ये शब्द आया होया है। हर रस भिन्ने प्रीतम अपने, इत्थे प्रीतम जिहड़ा है वो संबोधन है, इस करके मम्मे नूं औंकड़ नहीं आई। हे अपने प्रीतम, रस भिन्ने मैंने रस विच भिन्ने, हे हरि संबोधन आ गया। ये दोनों शब्द संबोधन दे ने। हर रस भिन्ने प्रीतम, ये दोनों ही संबोधन ने। मन तन रवत रवन्ने, मन दे नन्ने नूं आ गई सियारी, तन दे नन्ने नूं आ गई सियारी। जदों भी पुलिंग एक वचन शब्द के आखिरी अखर नूं सियारी आ जाए ते उहदे अगे कोई ना कोई कारगी अर्थ निकल आंदा है। इत्थे अर्थ बनेगा मन विच, तन विच, रवत रवन्ने। इत्थे फिर संबोधन आ गया, हे रवे होए, हे रमे होए प्रभु। इस करके
ਇੱਥੇ ਸੰਬੋਧਨ ਅਸੀਂ ਕਰਾਂਗੇ ਤੇ ਰਵੰਨੇ ਤੇ ਰੁਕਣਾ ਪਏਗਾ। ਇਸ ਤੋਂ ਅੱਗੇ ਕਿਉਂ ਘੜੀ ਬਿਸਾਰੀ, ਇੱਥੇ ਬਿਸਾਰੀ ਬੱਬੇ ਦੇ ਨਾਲ ਹੈ, ਗੁਰਬਾਣੀ ਚ ਵਾਵੇ ਨਾਲ ਵੀ ਇਹ ਸ਼ਬਦ ਆਉਂਦਾ ਹੈ, ਬੱਬੇ ਨਾਲ ਵੀ ਆਉਂਦਾ ਹੈ, ਤੇ ਇੱਥੇ ਬੱਬੇ ਨੂੰ ਸਿਹਾਰੀ ਹੈ, ਬਿਸਾਰੀ। ਹਉ ਬਲਿਹਾਰੀ, ਹਉ ਜੀਵਾਂ, ਇੱਥੇ ਜੀਵਾ ਪਾਠ ਨਹੀਂ ਕਰਨਾ, ਜੀਵਾਂ ਭਾਵ ਮੈਂ ਜਿਉਂਦਾ ਹਾਂ। ਗੁਣ ਗਾਏ, ਗੁਣ ਬਹੁਤੇ ਨੇ, ਇਸ ਕਰਕੇ ਇੱਥੇ ਨਾਣੇ ਨੂੰ ਔਂਕੜ ਨਹੀਂ ਲੱਗੀ। ਪਲਿੰਗ ਬਹੁਵਚਨ ਜਿਹੜਾ ਹੈ ਉਹ ਆਖਰੀ ਅੱਖਰ ਮੁਕਤੇ ਦੇ ਨਾਲ ਆ ਜਾਂਦਾ ਹੈ। ਨਾ ਕੋਈ ਮੇਰਾ, ਹਉ ਕਿਸ ਕੇਰਾ, ਇਹਨੂੰ ਹਉ ਨਹੀਂ ਪਾਠ ਕਰਨਾ, ਹਉ ਨਾਸਕੀ ਉਚਾਰਨ ਆਏਗਾ, ਭਾਵ ਮੈਂ। ਹਰ ਬਿਨ ਰਹਿਣ ਨਾ ਜਾਏ, ਬਿਨ ਸ਼ਬਦ ਗੁਰਬਾਣੀ ਵਿੱਚ, ਸਮਗਰ ਗੁਰਬਾਣੀ ਦੇ ਵਿੱਚ ਨੰਨੇ ਨੂੰ ਔਂਕੜ ਨਾਲ ਹੀ ਆਉਂਦਾ ਹੈ। ਇਹਦਾ ਦੂਸਰਾ ਜਿਹੜਾ ਸ਼ਬਦ ਹੈ ਵਿਣ, ਉਹ ਵੀ ਨਾਣੇ ਨੂੰ ਹਮੇਸ਼ਾ ਔਂਕੜ ਨਾਲ ਹੀ ਆਏਗਾ। ਹਰ ਬਿਨ, ਇਹ ਦੋਨੋਂ ਸੰਬੰਧਕ ਜਿਹੜੇ ਨੇ ਬਿਨ ਤੇ ਵਿਣ, ਨੰਨੇ ਨੂੰ ਔਂਕੜ ਨਾਲ ਹਮੇਸ਼ਾ ਆਉਂਦੇ ਨੇ। ਜਿੱਥੇ ਕਿਤੇ ਔਂਕੜ ਨਹੀਂ ਮਿਲੇਗੀ, ਇਹਦਾ ਮਤਲਬ ਉੱਥੇ ਉਕਾਈ ਹੈ, ਪ੍ਰਿੰਟਡ ਬੀੜਾਂ ਵਿੱਚ ਉੱਥੇ ਔਂਕੜ ਮਿਲ ਜਾਏਗੀ। ਹਰ ਬਿਨ ਰਹਿਣ ਨਾ ਜਾਏ, ਇੱਥੇ ਰਹਿਣ ਦੇ ਨਾਣੇ ਨੂੰ ਆ ਗਈ ਔਂਕੜ, ਇਹਦਾ ਮਤਲਬ ਇਹ ਇੱਕ ਵਚਨ ਪਲਿੰਗ ਬਣ ਗਿਆ। ਰਹਿਣਾ ਭਾਵ ਧੀਰਜ ਵਿੱਚ ਆਉਣਾ, ਇੱਥੇ ਧੀਰਜ ਅਰਥ ਦੇ ਰੂਪ ਚ ਆ ਜਾਏਗਾ। ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ, ਇੱਥੇ ਚਰਨ ਦੇ ਨਾਣੇ ਨੂੰ ਔਂਕੜ ਤਾਂ ਨਹੀਂ ਆਈ ਕਿਉਂਕਿ ਬਹੁਵਚਨ ਸ਼ਬਦ ਹੈ, ਹਰੀ ਪ੍ਰਭੂ ਜੀ ਦੇ ਚਰਨ। ਇੱਥੇ ਪਵਿੱਤਰ ਪਾਠ ਕਰਨਾ ਹੈ, ਪਵਿੱਤਰ ਨਹੀਂ, ਰਾਰਾ ਅੱਧਾ ਹੈ, ਤਰ ਦੀ ਬਜਾਏ ਤਰ ਪਾਠ ਹੋਏਗਾ। ਪਵਿੱਤਰ ਸਰੀਰਾ ਨਾਨਕ, ਨਾਨਕ ਇੱਥੇ ਸੰਬੋਧਨ ਹੈ, ਭਾਵੇਂ ਇਹ ਨਾਨਕ, ਤੇ ਇੱਥੇ ਰੁਕਣਾ ਹੈ। ਜਿੱਥੇ ਵੀ ਸੰਬੋਧਨ ਆਏ ਨਾਨਕ ਤੇ, ਉੱਥੇ ਜ਼ਰੂਰ ਰੁਕਣਾ ਚਾਹੀਦਾ ਹੈ। ਨਾਨਕ ਦੇ ਕੱਕੇ ਨੂੰ ਔਂਕੜ ਨਹੀਂ ਆਈ, ਆਮ ਤੌਰ ਤੇ ਇਹ ਸੰਬੋਧਨ ਆ ਜਾਂਦਾ ਹੈ, ਤੇ ਸੰਬੋਧਨ ਤੇ ਜੇ ਨਹੀਂ ਰੁਕਾਂਗੇ ਤੇ ਕਈ ਥਾਵਾਂ ਤੇ ਅਰਥਾਂ ਦੇ ਅਨਰਥ ਹੋ ਜਾਣਗੇ, ਕਈ ਥਾਵਾਂ ਤੇ ਅਸੀਂ ਗੁਰੂ ਨਾਨਕ ਸਾਹਿਬ ਦੀ ਬੇਦਬੀ ਕਰ ਬੈਠਾਂਗੇ। ਮਾਨੋ ਅਸੀਂ ਇਕੱਠਾ ਪਾਠ ਕਰ ਲੈਂਦੇ ਹਾਂ, ਨਾਨਕ ਕੂੜ ਰਿਹਾ ਭਰਪੂਰ। ਹੁਣ ਇੱਥੇ ਗੁਰੂ ਨਾਨਕ ਪਾਤਸ਼ਾਹ ਦੀ ਅਸੀਂ ਬੇਦਬੀ ਕਰ ਲੈਂਦੇ ਹਾਂ, ਨਾਨਕ ਤੇ ਰੁਕਣਾ, ਇਹ ਨਾਨਕ, ਨਾਨਕ ਕੂੜ ਨਹੀਂ ਕਹਿਣਾ, ਇਹ ਨਾਨਕ ਕੂੜ ਰਿਹਾ ਭਰਪੂਰ, ਝੂਠ ਫੈਲਿਆ ਹੋਇਆ ਹੈ। ਜੇ ਅਸੀਂ ਇਕੱਠਾ ਪਾਠ ਕਰਾਂਗੇ, ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ, ਹੁਣ ਅਸੀਂ ਨਾਨਕ ਅੰਧਾ ਕਹਿੰਦੇ ਹਾਂ, ਅੰਨੇ ਤੇ ਅਸੀਂ ਹਾਂ। ਨਾਨਕ ਤੇ ਰੁਕਣਾ, ਇਹ ਨਾਨਕ ਅੰਧਾ ਹੋਏ ਕਿ ਰਤਨਾ ਪਰਖਣ ਜਾਏ। ਮਨੁੱਖ ਹੈ ਅੰਨਾ, ਪਰ ਰਤਨਾ ਦੀ ਪਰਖ ਕਰਨ ਵਾਸਤੇ ਉਹ ਤੁਰ ਪਿਆ। ਇਸ ਕਰਕੇ ਜਿੱਥੇ ਵੀ ਨਾਨਕ ਸੰਬੋਧਨ ਨਾ ਆਏ, ਉੱਥੇ ਰੁਕਣਾ ਜ਼ਰੂਰ ਹੈ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਇੱਥੇ ਦ੍ਰਿਸ਼ਟ ਜਿਹੜਾ ਸ਼ਬਦ ਹੈ, ਟੈਂਕੀ ਨੂੰ ਸਿਹਾਰੀ, ਇਹ ਇਸਤਰੀ ਲਿੰਗ ਤਤਸਮ ਸ਼ਬਦ ਹੈ। ਦੇਵਨਾਗਰੀ ਚੋਂ, ਸੰਸਕ੍ਰਿਤ ਤੋਂ ਐਜ਼ ਇਟ ਇਜ਼ ਇਦਾਂ ਹੀ ਹਿੰਦੀ ਦੇ ਵਿੱਚੋਂ ਇਹ ਆਇਆ ਹੈ। ਜਦੋਂ ਅਸੀਂ ਦੇਵਨਾਗਰੀ ਚ ਦ੍ਰਿਸ਼ਟ ਲਿਖਦੇ ਹਾਂ, ਉੱਥੇ ਦ੍ਰਿਸ਼ਟੀ ਟ ਕੋ ਛੋਟੀ ਇੱਕ ਹੀ ਮਾਤਰਾ, ਭਾਵ ਟੈਂਕੇ ਨੂੰ ਸਿਹਾਰੀ ਪੈ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਇਨ ਬਿਨ ਇਸਤਰੀ ਲਿੰਗ ਤਤਸਮ ਸ਼ਬਦ ਗੁਰਬਾਣੀ ਵਿੱਚ ਵਰਤਿਆ ਗਿਆ। ਦ੍ਰਿਸ਼ਟ, ਭਗਤ, ਰਿੱਧ, ਸਿੱਧ, ਨਿੱਧ, ਇਦਾਂ ਦੇ ਬਹੁਤ ਸਾਰੇ ਸ਼ਬਦ ਨੇ। ਦੀਰਘ ਸੁਖ ਪਾਵੇ, ਨਾਨਕ ਦ੍ਰਿਸ਼ਟ ਦੀਰਘ, ਦੀਰਘ ਮੰਨੇ ਲੰਮੀ, ਇੱਥੇ ਦੀਰਘ ਲੰਮੀ ਇਸਤਰੀ ਲਿੰਗ ਹੋਣ ਕਰਕੇ ਘੱਗਾ ਜਿਹੜਾ ਉਹ ਮੁਕਤ ਆ ਗਿਆ। ਸੁਖ ਕਿਉਂਕਿ ਪੁਲਿੰਗ ਹੈ, ਇੱਕ ਵਚਨ ਪੁਲਿੰਗ, ਇਸ ਕਰਕੇ ਸੁਖ ਦੇ ਅੱਖਰ ਨੂੰ ਔਂਕੜ ਆ ਗਈ। ਭਾਵੈ, ਤੇ ਸੁਖ ਇੱਕ ਵਚਨ ਪੁਲਿੰਗ ਹੈ ਤੇ ਉਹਦੀ ਕਿਰਿਆ ਵੀ ਇੱਕ ਵਚਨ ਦੇ ਵਿੱਚ ਹੀ ਆਏਗੀ। ਭਾਵੇਂ ਦੀ ਬਜਾਏ ਭਾਵੈ, ਵਾਵੇ ਨੂੰ ਦਲਾਮਾਂ ਲੱਗ ਗਈਆਂ। ਤੇ ਜੇ ਬਹੁਵਚਨ ਹੁੰਦਾ ਫਿਰ ਪੱਪੇ ਨੂੰ ਕੰਨਾ, ਵਾਵਾ ਹਾਹੇ ਨੂੰ ਸਿਹਾਰੀ ਲੱਗ ਜਾਣੀ ਸੀ ਤੇ ਇਹਦਾ ਉਚਾਰਨ ਹੋਣਾ ਸੀ ਨਾਸਕੀ, ਭਾਵੇਂ। ਪਰ ਇੱਥੇ ਭਾਵੈ ਇੱਕ ਵਚਨੀ ਕਿਰਿਆ ਹੈ। ਗੁਰ ਸ਼ਬਦੀ ਮਨ ਧੀਰਾ, ਇੱਥੇ ਗੁਰ ਦੇ ਰਾਰੇ ਨੂੰ ਔਂਕੜ ਨਹੀਂ ਆਈ। ਇਹਦਾ ਮਤਲਬ ਜਦੋਂ ਇੱਕ ਵਚਨ ਪੁਲਿੰਗ ਦੇ ਆਖਰੀ ਅੱਖਰ ਨੂੰ ਔਂਕੜ ਨਾ ਆਵੇ ਤੇ ਉਹਦੇ ਤਿੰਨ ਕਾਰਨ ਹੁੰਦੇ ਨੇ। ਪਹਿਲਾ ਕਾਰਨ ਕਿ ਉਹ ਬਹੁਵਚਨ ਹੋ ਸਕਦਾ ਹੈ, ਦੂਜਾ ਕਾਰਨ ਉਹ ਸੰਬੋਧਨ ਹੋ ਸਕਦਾ ਹੈ, ਤੀਜਾ ਕਾਰਨ ਕਿ ਉਹਦੇ ਅੱਗੇ ਪ੍ਰਗਟ ਜਾਂ ਲੁਪਤ ਰੂਪ ਵਿੱਚ ਕੋਈ ਸੰਬੰਧਕ ਹੋਏਗਾ। ਹੁਣ ਇੱਥੇ ਗੁਰ ਬਹੁਵਚਨ ਨਹੀਂ ਹੈ ਕਿਉਂਕਿ ਗੁਰੂ ਤੇ ਕੋਈ ਸਾਡਾ ਨਾ ਹੀ ਇੱਥੇ ਸੰਬੋਧਨ ਹੈ ਕਿ ਹੇ ਗੁਰੂ। ਇਹਦਾ ਮਤਲਬ ਕੋਈ ਨਾ ਕੋਈ ਸੰਬੰਧਕ ਹੈ ਜਿਹੜਾ ਸਾਨੂੰ ਦੇਖਣਾ ਪਏਗਾ ਅਗਲੇ ਸ਼ਬਦ ਨਾਲ ਮਿਲਾ ਕੇ। ਗੁਰ ਸ਼ਬਦੀ, ਗੁਰੂ ਦੇ ਲੁਪਤ ਸੰਬੰਧਕ ਆ ਗਿਆ ਜਿਹਨੇ ਰ ਦੀ ਔਂਕੜ ਖਤਮ ਕਰ ਦਿੱਤੀ। ਸ਼ਬਦੀ ਇੱਥੇ ਨਾਸਕੀ ਉਚਾਰਨ ਹੋਏਗਾ। ਸ਼ਬਦ ਰਾਹੀਂ, ਗੁਰੂ ਦੇ ਸ਼ਬਦ ਰਾਹੀਂ ਮਨ ਧੀਰਾ,
ਮਨ ਇੱਕ ਵਚਨ ਪੁਲਿੰਗ ਹੈ, ਇਸ ਕਰਕੇ ਮਨ ਦੇ ਨਨੇ ਨੂੰ ਇੱਥੇ ਔਂਕੜ ਲੱਗ ਗਈ। ਹੁਣ ਅਸੀਂ ਇਸ ਪਦੇ ਦੀ ਵਿਚਾਰ ਕਰਦੇ ਹਾਂ। ਤੂੰ ਸੁਣ ਹਰ ਰਸ ਭਿੰਨੇ ਪ੍ਰੀਤਮ ਆਪਣੇ। ਜਿਹੜਾ ਪਿਛਲਾ ਦੂਸਰਾ ਪਦਾ ਅਸੀਂ ਵਿਚਾਰ ਕੇ ਗਏ ਆ, ਉਹਦੇ ਵਿੱਚ ਇੱਕ ਪੁਕਾਰ ਚੱਲਦੀ ਆ ਰਹੀ ਹੈ। ਉਸੇ ਪੁਕਾਰ ਨੂੰ ਹੀ ਅੱਗੇ ਸਤਿਗੁਰੂ ਪਾਤਸ਼ਾਹ ਜੀ ਬਚਨ ਕਰ ਰਹੇ ਨੇ, ਜਿਵੇਂ ਨਾਨਕ ਪ੍ਰਿਓ ਪ੍ਰਿਓ ਚਵੈ ਬਬੀਹਾ ਕੋਇਲ ਸ਼ਬਦ ਸੁਹਾਵੇ। ਜਿਵੇਂ ਪਪੀਹਾ ਪ੍ਰਿਓ ਪ੍ਰਿਓ ਪੁਕਾਰਦਾ ਹੈ, ਕੋਇਲ ਦਾ ਮਿੱਠਾ ਸ਼ਬਦ ਸੋਹਣਾ ਲੱਗਦਾ ਹੈ, ਇਸੇ ਤਰ੍ਹਾਂ ਹੁਣ ਮੈਂ ਵੀ ਪੁਕਾਰਦਾ ਹਾਂ, ਮੈਂ ਵੀ ਆਵਾਜ਼ ਦਿੰਦਾ ਹਾਂ। ਇੱਥੇ ਇਸਤਰੀ ਰੂਪ ਦੇ ਵਿੱਚ ਮੈਂ ਆਪਣੇ ਪ੍ਰਭੂ ਪ੍ਰੀਤਮ ਨੂੰ ਆਵਾਜ਼ ਦਿੰਦੀ ਹਾਂ, ਤੂੰ ਸੁਣ। ਭਾਵੇਂ ਪ੍ਰਭੂ ਤੂੰ ਸੁਣ, ਤੂੰ ਹੀ ਤੇ ਹੈ ਸੁਣਨ ਵਾਲਾ। ਪਰ ਕੌਣ ਹੈ ਸੁਣਨ ਵਾਲਾ? ਇੱਕ ਤੂੰ ਹੀ ਸੁਣਨ ਵਾਲਾ ਹੈ, ਇਸ ਕਰਕੇ ਤੈਨੂੰ ਹੀ ਤੇ ਮੈਂ ਸੁਣਾਵਾਂ। ਤੇਰੇ ਤੋਂ ਬਿਨਾਂ ਮੈਂ ਕਿਹਨੂੰ ਸੁਣਾਵਾਂਗਾ? ਮੈਂ ਕਿਸੇ ਅੱਗੇ ਆਪਣੇ ਦੁੱਖ ਫੋਲਾਂਗਾ ਕਿ ਸ਼ਾਇਦ ਇਸ ਬੰਦੇ ਨੂੰ ਆਪਣਾ ਦੁੱਖ ਦੱਸਿਆ ਮੇਰਾ ਦੁੱਖ ਘਟ ਜਾਏ। ਮੈਂ ਉਹਨੂੰ ਆਪਣਾ ਦੁੱਖ ਸੁਣਾਉਣ ਬਹਿੰਦਾ ਵਾਂ, ਅੱਗੋਂ ਉਹ ਵੀ ਆਪਣੀ ਗਠੜੀ ਖੋਲ ਕੇ ਬਹਿ ਜਾਂਦਾ ਹੈ। ਉਹ ਵੀ ਕਿੰਨੇ ਆਪਣੇ ਦੁੱਖ ਮੈਨੂੰ ਸੁਣਾਉਣੇ ਸ਼ੁਰੂ ਕਰ ਦਿੰਦਾ ਹੈ। ਮੈਨੂੰ ਇੱਕ ਦੁੱਖ ਸੁਣਾਉਣਾ, ਉਹ ਮੈਨੂੰ ਆਪਣੇ 4 ਦੁੱਖ ਸੁਣਾ ਦਿੰਦਾ ਹੈ। ਮਨ ਪਰਦੇਸੀ ਜੇ ਥੀ ਹੈ ਸਭ ਦੇਸ ਪਰਾਇਆ, ਕਿਸ ਪੈ ਖੋਲੂੰ ਗੰਠੜੀ ਦੁਖੀ ਪਰ ਆਇਆ। ਮੈਂ ਕਿਹਦੇ ਅੱਗੇ ਗੱਠ ਖੋਲਾਂ? ਇੱਥੇ ਤੇ ਸਾਰੇ ਦੁਖੀ ਨੇ, ਸਾਰੇ ਦੁੱਖਾਂ 'ਚ ਭਰੇ ਪਏ ਨੇ। ਉਹ ਭਲਾ ਮੈਨੂੰ ਸੁੱਖ ਕੀ ਦੇਣਗੇ? ਜਨਮ ਤੋਂ ਲੈ ਕੇ ਮਰਨ ਤੱਕ ਦੁੱਖਾਂ 'ਚ ਹੀ ਜ਼ਿੰਦਗੀ ਜੀ ਰਹੇ ਨੇ। ਦੁੱਖ ਵਿੱਚ ਜੰਮਣ, ਦੁੱਖ ਮਰਨ, ਦੁੱਖ ਵਰਤਣ ਸੰਸਾਰ। ਦੁੱਖ ਦੁੱਖ ਅੱਗੇ ਆਖੀਆਂ, ਦੁੱਖ ਦੁੱਖ ਅੱਗੇ ਆਖੀਆਂ, ਪੜ ਪੜ ਕਰੇ ਪੁਕਾਰ। ਦੁੱਖ ਕੀਆਂ ਪਿੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਏ। ਦੁੱਖ ਵਿੱਚ ਜਿਉ ਜਲਾਇਆ, ਦੁਖੀਆ ਚੱਲਿਆ ਰੋਏ। ਦੁੱਖ ਦੇ ਵਿੱਚ ਹੀ ਜ਼ਿੰਦਗੀ ਲੋਕ ਗੁਜ਼ਾਰ ਜਾਂਦੇ ਨੇ, ਤੇ ਮੈਂ ਕਿਹਦੇ ਅੱਗੇ ਆਪਣੇ ਦੁੱਖ ਫੋਲਾਂ? ਲੋਕ ਤੇ ਪਹਿਲਾਂ ਹੀ ਦੁੱਖਾਂ ਨਾਲ ਭਰੇ ਨੇ। ਇਸ ਕਰਕੇ ਮੈਂ ਪ੍ਰਭੂ ਨੂੰ ਆਵਾਜ਼ ਦਿੰਦਾ ਹਾਂ, ਤੂੰ ਸੁਣ। हे ਪ੍ਰਭੂ, ਮੇਰੀ ਪੁਕਾਰ ਨੂੰ ਤੂੰ ਸੁਣ। ਹਰ ਰਸ ਭਿੰਨੇ, ਕਿਉਂ ਮੈਂ ਤੇਰੇ ਅੱਗੇ ਕਿਉਂ ਪੁਕਾਰ ਕਰਾਂ? ਤੇਰੇ ਅੱਗੇ ਇਸ ਕਰਕੇ ਪੁਕਾਰ ਕਰਾਂ ਕਿ ਲੋਕ ਦੁੱਖਾਂ ਨਾਲ ਭਰੇ ਨੇ। ਲੋਕਾਂ ਅੱਗੇ ਮੈਂ ਆਪਣੇ ਦੁੱਖ ਫੋਲਦਾ, ਉਹ ਆਪਣੇ ਦੁੱਖ ਮੇਰੇ ਸਾਹਮਣੇ ਰੱਖ ਦਿੰਦੇ ਨੇ। ਤੂੰ ਹੈ ਰਸ ਨਾਲ ਭਰਿਆ ਹੋਇਆ, ਤੂੰ ਹੈ ਮਿਠਾਸ ਨਾਲ ਭਰਿਆ ਹੋਇਆ, ਤੂੰ ਹੈ ਗੁਣਾਂ ਨਾਲ ਭਰਿਆ ਹੋਇਆ, ਤੂੰ ਰਸ ਵਿੱਚ ਭਿੱਜਾ ਹੋਇਆ ਹੈ। ਇਸ ਕਰਕੇ ਮੈਂ ਤੈਨੂੰ ਸੁਣਾਵਾਂਗਾ। ਤੂੰ ਸੁਣ ਹਰ ਰਸ ਭਿੰਨੇ, ਹਰੀ ਰਸ ਵਿੱਚ ਮਸਤ, ਹਰੀ ਰਸ ਦੇ ਵਿੱਚ ਲੀਨ, ਹਰੀ ਰਸ ਦੇ ਨਾਲ ਭਰੇ ਹੋਏ। हे ਪ੍ਰਭੂ, ਤੂੰ ਕਿਉਂਕਿ ਰਸ ਨਾਲ ਭਰੇ ਹੈ, ਮੈਂ ਤੇਰੇ ਅੱਗੇ ਆਪਣਾ ਜੀਵਨ ਫੋਲਾਂਗਾ ਤੇ ਤੂੰ ਆਪਣਾ ਰਸ ਮੇਰੇ ਹਿਰਦੇ 'ਚ ਭਰ ਦੇਂਗਾ। ਫਿਰ ਦੂਸਰੀ ਗੱਲ, ਮੈਂ ਕਿਹਨੂੰ ਆਪਣਾ ਮੰਨਾਂ? ਇੱਥੇ ਤੇ ਕੋਈ ਵੀ ਆਪਣਾ ਨਹੀਂ। ਇਸੇ ਸ਼ਬਦ ਦੇ ਵਿੱਚ ਨਾ ਕੋਈ ਮੇਰਾ, ਹੋਂ ਕਿਸ ਕੇਰਾ, ਮੇਰਾ ਕੋਈ ਨਹੀਂ ਹੈ। ਮੈਂ ਵੀ ਕਿਸੇ ਦਾ ਨਹੀਂ ਬਣ ਕੇ ਰਹਿ ਸਕਦਾ, ਮੈਂ ਵੀ ਕਿਸੇ ਦਾ ਅੱਜ ਤੱਕ ਬਣਿਆ ਨਹੀਂ ਹਾਂ। ਨਾ ਕੋਈ ਮੇਰਾ ਹੈ, ਨਾ ਮੈਂ ਕਿਸੇ ਦਾ ਵਾਂ। ਜੇ ਮੇਰਾ ਕੋਈ ਹੈ ਹੀ ਨਹੀਂ, ਫਿਰ ਮੈਂ ਕਿਹਦੇ ਅੱਗੇ ਪੁਕਾਰ ਕਰਾਂ? ਮੈਂ ਉਹਦੇ ਅੱਗੇ ਕਰਾਂਗਾ ਨਾ ਜਿਹੜਾ ਮੇਰਾ ਆਪਣਾ ਹੈ। ਮੇਰਾ ਆਪਣਾ ਤੇ ਸਿਰਫ ਤੂੰ ਹੀ ਹੈ। ਇਸ ਕਰਕੇ ਪ੍ਰੀਤਮ ਆਪਣੇ, ਇੱਥੇ ਪ੍ਰੀਤਮ ਸੁਬੋਧਨ ਹੈ। हे ਮੇਰੇ ਪ੍ਰੀਤਮ, हे ਮੇਰੇ ਆਪਣੇ ਪ੍ਰੀਤਮ, ਤੂੰ ਹੀ ਬਸ ਮੇਰਾ ਆਪਣਾ ਹੈ। ਜਿਸ ਜਗਤ ਨੂੰ ਸੋਚਿਆ ਸੀ ਕਿ ਜਗਤ ਮੇਰਾ ਆਪਣਾ ਹੈ, ਉਹ ਜਗਤ ਮੇਰਾ ਆਪਣਾ ਨਿਕਲਿਆ ਨਹੀਂ, ਉਹ ਤੇ ਬੇਗਾਨਾ ਨਿਕਲਿਆ। ਜਿਹਨੂੰ ਆਪਣਾ ਸਮਝਿਆ ਸੀ, ਆਪਣਾ ਰਿਹਾ ਨਹੀਂ। ਭਗਤ ਕਬੀਰ ਜੀ ਨੇ ਆਪਣੀ ਬਾਣੀ 'ਚ ਜ਼ਿਕਰ ਕੀਤਾ ਇਸ ਗੱਲ ਦਾ। ਮੈਂ ਆਪਣੇ ਮੋਢੇ ਦੇ ਉੱਪਰ ਢੋਲ ਰੱਖ ਲਿਆ। ਇੱਕ ਪਿੰਡ ਵਿੱਚ ਚਲਾ ਗਿਆ, ਦੂਸਰੇ ਸ਼ਹਿਰ ਚਲਾ ਗਿਆ, ਤੀਜੇ ਨਗਰ ਚਲਾ ਗਿਆ, ਚੌਥੇ ਮੁਹੱਲੇ ਚਲਾ ਗਿਆ। ਜਿੱਥੇ ਵੀ ਗਿਆ ਮੈਂ ਉੱਥੇ ਢੋਲ ਮੋਢੇ ਤੋਂ ਲਾ ਕੇ ਢੋਲ ਵਜਾਇਆ। ਲੋਕ ਇਕੱਠੇ ਹੋਏ। ਉਹਨਾਂ ਲੋਕਾਂ ਨੂੰ ਮੈਂ ਇੱਕ ਗੱਲ ਕੀਤੀ, ਇੱਕ ਸਵਾਲ ਕੀਤਾ ਕਿ ਇੱਥੇ ਕੋਈ ਕਿਸੇ ਦਾ ਹੈ? ਮਨ ਨੂੰ ਮੌਤ ਆ ਜਾਏ, ਕੋਈ ਕਿਸੇ ਦੀ ਖਾਤਰ ਮਰਨ ਨੂੰ ਤਿਆਰ ਹੈ? ਇੱਥੇ ਹੈ ਕੋਈ ਕਿਸੇ ਦਾ ਇੱਥੇ ਕਿ ਪਤੀ ਜਾਂ ਪਤਨੀ ਇੰਨਾ ਪਿਆਰ ਹੋਵੇ ਕਿ ਇੱਕ ਨੂੰ ਮੌਤ ਆਏ ਤੇ ਦੂਜਾ ਕਵੇ ਨਹੀਂ ਤੂੰ ਇੱਥੇ ਰਹਿ ਇਸ ਸੰਸਾਰ ਵਿੱਚ, ਮੈਂ ਮਰ ਜਾਂਦਾ ਹਾਂ। ਧੀਆਂ ਪੁੱਤਰਾਂ ਤੇ ਮਾਪਿਆਂ ਦੇ ਵਿਚਕਾਰ ਪਿਆਰ ਹੋਵੇ, ਪਰ ਜੇ ਮਾਪਿਆਂ ਨੂੰ ਮੌਤ ਆਵੇ ਤੇ ਧੀਆਂ ਪੁੱਤਰ ਕਹਿਣ ਵੀ ਤੁਸੀਂ ਨਾ ਜਾਓ, ਅਸੀਂ ਚਲੇ ਜਾਂਦੇ ਹਾਂ, ਜਾਂ ਮਾਪਿਓ ਕਹਿਣ ਬੱਚਿਆਂ ਨੂੰ ਕਿ ਅਸੀਂ ਚਲੇ ਜਾਂਦੇ ਹਾਂ, ਤੁਸੀਂ ਨਾ ਜਾਓ। ਕੋਈ ਇਸ ਤਰ੍ਹਾਂ ਦਾ ਹੈ ਜਿਹੜਾ ਕਿਸੇ ਦੀ ਖਾਤਰ ਆਪਣੇ ਆਪੇ ਨੂੰ ਵਾਰ ਸਕੇ? ਔਰ ਜਦੋਂ ਇਹਨਾਂ ਸਵਾਲ ਕੀਤਾ ਕਿ ਇੱਥੇ ਕੋਈ ਕਿਸੇ ਦੀ ਖਾਤਰ ਹੈ ਜਿਹੜਾ ਕਿਸੇ ਦੀ ਖਾਤਰ ਆਪਣੀ ਜਾਨ ਵੀ ਦੇਣ ਨੂੰ ਤਿਆਰ ਹੋਵੇ, ਲੋਕ ਹੱਸ ਪਏ। ਭੋਲੇ ਕਬੀਰ ਕਿਹੋ ਜਿਹੀਆਂ ਗੱਲਾਂ ਕਰਦੇ। ਸੁੱਖ ਦੁੱਖ ਵਿੱਚ ਅਸੀਂ ਇੱਕ ਦੂਜੇ ਦਾ ਸਾਥ ਦੇ ਦਿੰਦੇ ਹਾਂ, ਪਰ ਜਦੋਂ ਮੌਤ ਆਉਂਦੀ ਹੈ ਉਦੋਂ ਕੋ ਮਰੇ ਨਾ ਮੋਇਆ ਨਾਲੇ,
ਮਰਿਆਂ ਨਾਲ ਵੀ ਕੋਈ ਮਰਦਾ ਹੈ, ਕਿਸੇ ਦੀ ਖਾਤਰ ਕੋਈ ਮਰਦਾ ਥੋੜੇ ਹੈ। ਹਰ ਕੋਈ ਆਪੋ ਆਪਣੀ ਜ਼ਿੰਦਗੀ ਜੀਣਾ ਚਾਹੁੰਦਾ ਹੈ। ਤੇ ਭਗਤ ਕਬੀਰ ਕਹਿਣ ਲੱਗੇ ਮੇਰਾ ਭੁਲੇਖਾ ਖਤਮ ਹੋ ਗਿਆ। ਕਬੀਰ ਸਭ ਜਗ ਹੋਂ ਫਿਰਿਓ, ਮੰਦਲ ਕੰਧ ਚੜਾਏ। ਹੁਣ ਇੱਕ ਗੱਲ ਦੀ ਸਮਝ ਆ ਗਈ ਕਿ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਮੰਦਲ ਕਹਿੰਦੇ ਨੇ ਢੋਲ, ਕੰਧ ਮੈਨੇ ਕੰਧੇ ਦੇ ਉੱਪਰ, ਮੋਢੇ ਦੇ ਉੱਪਰ, ਮੋਢੇ ਤੇ ਢੋਲ ਚੁੱਕ ਕੇ ਮੈਂ ਥਾਂ ਥਾਂ ਤੇ ਗਿਆ, ਥਾਂ ਥਾਂ ਤੇ ਢੋਲ ਵਜਾ ਕੇ ਸਵਾਲ ਕੀਤਾ, ਕੋਈ ਕਿਸੇ ਦਾ ਹੈ? ਤੇ ਜਵਾਬ ਇਹ ਮਿਲਿਆ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ। ਇਹੀ ਵਚਨ ਭਗਤ ਕਬੀਰ ਜੀ ਤੋਂ ਬਾਅਦ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਰਚੀ, ਨਾਵੇਂ ਪਾਤਸ਼ਾਹ ਨੇ ਸਲੋਕਾਂ ਚ ਕਹਿ ਦਿੱਤਾ, ਮੈਂ ਦੁਨੀਆ ਨੂੰ ਆਪਣਾ ਬਣਾਇਆ, ਮੇਰੇ ਖਾਸ ਨੇ, ਆ ਸਾਰੇ ਮੇਰੇ ਪਰਸਨਲ ਨੇ, ਮੇਰੇ ਨਿੱਜੀ ਨੇ, ਮੈਂ ਉਹਨਾਂ ਨੂੰ ਆਪਣਾ ਖਾਸ ਬਣਾਇਆ। ਪਰ ਇੱਕ ਸਮਾਂ ਆਇਆ ਵੀ ਸਾਰੇ ਪਰਖੇ ਗਏ, ਇੱਥੇ ਤੇ ਕੋਈ ਕਿਸੇ ਦਾ ਨਹੀਂ। ਨਿਜ ਕਰ ਦੇਖਿਓ ਜਗਤ ਮੈਂ ਜਗਤ ਨੂੰ ਆਪਣਾ ਨਿੱਜੀ ਬਣਾ ਕੇ ਦੇਖ ਲਿਆ, ਨਿੱਜੀ ਕੀਤਾ ਵੀ ਇਹ ਮੇਰੇ ਨਿੱਜੀ ਨੇ, ਮੇਰੇ ਖਾਸ, ਮੇਰੇ ਪਰਸਨਲ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ, ਇੱਥੇ ਤੇ ਕੋਈ ਕਿਸੇ ਦਾ ਨਹੀਂ ਹੈ। ਕੋ ਕਾਹੂ ਕੋ ਨਾਹੇ, ਇਹੀ ਭਗਤ ਕਬੀਰ ਜੀ ਨੇ ਕਿਹਾ ਸੀ, ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਹੋ ਜਾਏ। ਭਗਤ ਕਬੀਰ ਨੇ ਫਿਰ ਬੜਾ ਸਪਸ਼ਟ ਕਹਿ ਦਿੱਤਾ, ਕੱਲ ਤੱਕ ਸੋਚਦਾ ਸੀ ਵੀ ਇਹ ਧਨ ਦੌਲਤ ਮੇਰੀ ਹੈ, ਧੀਆਂ ਪੁੱਤਰਾਂ ਦਾ ਮੋਹ ਹੈ ਮੇਰਾ, ਧੀਆਂ ਪੁੱਤਰ ਮੇਰੇ ਆਪਣੇ ਨੇ, ਆ ਪਦਾਰਥ ਮੇਰੇ ਆਪਣੇ ਨੇ, ਘਰ ਮੇਰਾ ਆਪਣੇ, ਸਾਰੀਆਂ ਚੀਜ਼ਾਂ ਨੂੰ ਆਪਣਾ ਸਮਝਿਆ ਸੀ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕੁਛ ਆਪਣਾ, ਇੱਕ ਰਾਮ ਪਰਾਇਆ। ਸਾਰਾ ਕੁਝ ਆਪਣੇ ਰਾਮ ਪਰਾਇਆ। ਪਰ ਜਦੋਂ ਪਤਾ ਚੱਲਿਆ ਨਾ ਵੀ ਕੋਈ ਕਾਹੂ ਕੋ ਨਹੀਂ, ਸਭ ਦੇਖੀ ਠੋਕ ਬਜਾਏ, ਉਸ ਦਿਨ ਕਹਿ ਦਿੱਤਾ, ਨਹੀਂ ਪ੍ਰਭੂ ਹੁਣ ਤੂੰ ਹੀ ਮੇਰਾ ਆਪਣਾ, ਹੋਰ ਕੋਈ ਮੇਰਾ ਆਪਣਾ ਨਹੀਂ ਹੈ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਹੁਣ ਤੂੰ ਮੇਰਾ ਆਪਣਾ ਹੈ। ਤੂੰ ਸੁਣ ਹਰ ਰਸ ਪਿੰਨੇ, ਪ੍ਰੀਤਮ ਆਪਣੇ। हे ਪ੍ਰਭੂ ਤੂੰ ਸੁਣ, हे ਰਸ ਵਿੱਚ ਭਿੰਨੇ ਹੋਏ ਪ੍ਰਭੂ ਮੇਰੀ ਪੁਕਾਰ ਸੁਣ, ਤੂੰ ਮੇਰਾ ਆਪਣਾ ਪ੍ਰੀਤਮ ਹੈ। ਔਰ ਆਪਣਾ ਸ਼ਬਦ ਬੜਾ ਪਿਆਰਾ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੇ ਇੱਕੋ ਸ਼ਬਦ ਵਿੱਚ ਹੀ 4 ਜਗ੍ਹਾ ਆਪਣਾ ਕਹਿ ਦਿੱਤਾ ਸੀ ਕਿ ਮੇਰਾ ਗੁਰੂ ਵੀ ਆਪਣੇ, ਮੇਰਾ ਰੱਬ ਵੀ ਆਪਣੇ, ਰੱਬ ਦਾ ਜਿਹੜਾ ਭਗਤ ਹੈ ਉਹ ਵੀ ਮੇਰਾ ਆਪਣਾ ਹੈ। ਇੱਥੋਂ ਤੱਕ ਕਿ ਉਸ ਪ੍ਰਭੂ ਦੀ ਪ੍ਰੀਤ, ਉਹਦਾ ਪਿਆਰ ਵੀ ਆਪਣੇ, ਆਪਣਾ ਨਿੱਜੀ ਹੈ, ਮੇਰਾ ਆਪਣਾ ਹੈ। ਜਦੋਂ ਰੱਬ ਦੀ ਗੱਲ ਕੀਤੀ ਉਦੋਂ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਚਨ ਕੀਤਾ, ਗੁਰਪੂਰਾ ਭੇਟਿਓ ਵਡਭਾਗੀ, ਮਨਿ ਭਇਆ ਪ੍ਰਗਾਸਾ, ਕੋਈ ਨਾ ਪਹੁੰਚਨ ਹਾਰਾ ਦੂਜਾ, ਆਪਣੇ ਸਾਹਿਬ ਕਾ ਪ੍ਰਵਾਸਾ। ਸਾਹਿਬ ਮੇਰਾ ਆਪਣੇ। ਜਦੋਂ ਗੁਰੂ ਦੀ ਗੱਲ ਕੀਤੀ ਉਦੋਂ ਵੀ ਕਹਿ ਦਿੱਤਾ, ਆਪਣੇ ਸਤਿਗੁਰ ਕੈ ਬਲਿਹਾਰੈ। ਉਸੇ ਸ਼ਬਦ ਵਿੱਚ ਆ ਗਿਆ ਸੁਖ ਪਾਛੈ ਸੁਖ ਸਹਿਜਾ, ਘਰ ਆਨੰਦ ਹਮਾਰੇ ਰਹਾਉ। ਉਸੇ ਸ਼ਬਦ ਵਿੱਚ ਅੱਗੇ ਚੱਲ ਕੇ ਜਦੋਂ ਰੱਬ ਦੇ ਭਗਤ ਦੀ ਗੱਲ ਕੀਤੀ, ਕਹਿ ਦਿੱਤਾ ਵੀ ਭਗਤ ਵੀ ਆਪਣੇ, ਉਹਦਾ ਪਿਆਰ ਵੀ ਆਪਣੇ। ਸਫਲ ਦਰਸ਼ਨ ਅਕਾਲ ਮੂਰਤ, ਪ੍ਰਭ ਹੈ ਵੀ ਹੋਵਨ ਹਾਰਾ, ਕੰਠ ਲਗਾਏ ਆਪਣੇ ਜਨ ਰਾਖੇ, ਜਨ ਆਪਣੇ। ਆਪਣੀ ਪ੍ਰੀਤ ਪਿਆਰਾ, ਪ੍ਰੀਤ ਵੀ ਆਪਣੀ ਹੈ। ਬੜਾ ਪਿਆਰਾ ਸ਼ਬਦ ਹੈ ਆਪਣਾ, ਜਿੱਥੇ ਅਸੀਂ ਯਕੀਨ ਕਰ ਸਕਦੇ ਹਾਂ, ਜਿੱਥੇ ਵਿਸ਼ਵਾਸ ਹੋਵੇ, ਭਰੋਸਾ ਹੋਵੇ, ਜਿੱਥੇ ਆਪਣਾ ਹੋਵੇ, ਅਸੀਂ ਉੱਥੇ ਕਹਿੰਦੇ ਹਾਂ ਆਪਣੇ। ਪਰ ਗੁਰੂ ਨਾਨਕ ਪਾਤਸ਼ਾਹ ਨੇ ਅੱਜ ਦੇ ਪਦੇ ਚ ਬੜਾ ਸਪਸ਼ਟ ਕਹਿ ਦਿੱਤਾ, ਇੱਥੇ ਤੇ ਮੇਰਾ ਕੋਈ ਵੀ ਨਹੀਂ ਸੀ ਜਗਤ ਦੇ ਵਿੱਚ, ਨਾ ਕੋਈ ਮੇਰਾ ਹੋਂ ਕਿਸਕੇਰਾ। ਪਰ ਆਰੰਭਤਾ ਚ ਕਹਿ ਦਿੱਤਾ ਵੀ ਇੱਕ ਮੇਰਾ ਆਪਣੇ। ਕੌਣ? ਇਹ ਪ੍ਰੀਤਮ ਤੂੰ ਮੇਰਾ ਆਪਣੇ। ਤੂੰ ਸੁਣ ਹਰ ਰਸ ਪਿੰਨੇ, ਪ੍ਰੀਤਮ ਆਪਣੇ। हे ਮੇਰੇ ਆਪਣੇ ਪ੍ਰੀਤਮ, ਮੇਰੇ ਆਪਣੇ ਖਾਸ, ਜਿਹੜਾ ਮੇਰਾ ਆਪਣਾ ਹੈ, ਹਮੇਸ਼ਾ ਮੇਰੇ ਨਾਲ ਹੈ, ਹਮੇਸ਼ਾ ਅੰਗ ਸੰਗ ਹੈ ਮੇਰੇ। ਜਿੱਥੇ ਵੀ ਜਾਵਾਂ ਉੱਥੇ ਮੇਰੇ ਨਾਲ ਹੈ। ਜੈ ਬਿਸੈਲੇ ਤੇ ਬੈਸਾ ਸੁਆਮੀ, ਜੈ ਭੇਜੈ ਤੇ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੈ ਤੂੰ ਤੇ ਥਾਵਾਂ। ਹਰ ਥਾਂ ਤੇ ਮੇਰੇ ਨਾਲ ਹੋ ਕੇ ਚੱਲਦਾ ਹੈ। ਜਿੱਥੇ ਵੀ ਜਾਣਾ ਹਮੇਸ਼ਾ ਮੇਰੇ ਨਾਲ ਹੈ। ਮਨ ਤਨ ਰਵਤ ਰਵੰਨੇ, ਘੜੀ ਨਾ ਬੀਸਰੈ। ਮਨ ਤਨ, ਮਨ ਵਿੱਚ ਤੇ ਤਨ ਦੇ ਵਿੱਚ, ਰਵਤ ਰਵੰਨੇ, ਰਵੇ ਹੋਏ, ਇੱਕ ਸਾਰ ਰਮੇ ਹੋਏ, ਸਮਾਏ ਹੋਏ, ਵਿਆਪਕ, ਜਿਹੜਾ ਇੱਕ ਸਾਰ ਮੇਰੇ ਅੰਦਰ ਰਮਿਆ ਹੋਇਆ ਹੈ। ਹੁਣ ਜਿਹੜਾ ਮੇਰਾ ਆਪਣਾ ਹੈ ਉਹ ਮੇਰੇ ਨਾਲ ਹੀ ਹੋਏਗਾ ਨਾ। ਇਸ ਕਰਕੇ ਤੂੰ ਮੇਰਾ ਆਪਣਾ ਹੈ ਕਿਉਂਕਿ ਤੂੰ ਮੇਰੇ ਮਨ ਵਿੱਚ ਵੀ ਵਸਿਆ ਹੋਇਆ ਹੈ, ਮੇਰੇ ਤਨ ਵਿੱਚ ਵੀ ਵਸਿਆ ਹੋਇਆ ਹੈ। ਤਨ ਵਿੱਚ ਇਸ ਤਰ੍ਹਾਂ ਵਸਿਆ ਹੋਇਆ ਹੈ
ਕਿ ਜਿਹੜਾ ਮੇਰਾ ਸਰੀਰ ਹੈ, ਇਹਦੇ ਰੋਮ ਰੋਮ ਜਰੇ ਜਰੇ ਚ ਤੇਰੀ ਤੇ ਜੋਤ ਹੈ। ਮੇਰੀ ਅੱਖਾਂ ਵਿੱਚ ਤੂੰ ਹੈ, ਤੇਰੀ ਜੋਤ ਹੈ। ਇਹ ਨੇਤਰੋ ਮੇਰੇ ਹੋ, ਹਰ ਤੁਮ ਮੈਂ ਜੋਤ ਧਰੀ। ਇਹ ਸਰੀਰ ਜਿਹੜਾ ਹੈ, ਇਹਦੇ ਵਿੱਚ ਤੇਰੀ ਜੋਤ ਹੈ। ਇਹ ਸਰੀਰਾ ਮੇਰਿਆ, ਹਰ ਤੁਮ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਸਰੀਰ ਵਿੱਚ ਵੀ ਹੈ ਤੇ ਮਨ ਵਿੱਚ ਵੀ ਤੂੰ ਹੀ ਹੈ। ਜਦੋਂ ਮੈਂ ਆਪਣੇ ਮਨ ਨੂੰ ਖੋਜ ਕੇ ਦੇਖਦਾ ਤਾਂ ਤੂੰ ਨਿਕਲਦਾ ਹੈ। ਮਨ, ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ, ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਮਨ ਵਿੱਚ ਵੀ ਤੂੰ ਹੈ, ਮੇਰੇ ਤਨ ਵਿੱਚ ਵੀ ਤੂੰ ਰਮਿਆ ਹੋਇਆ ਹੈ। ਭਾਵ ਮੇਰੇ ਸਮੁੱਚੇ ਸਮਗਰ ਰੂਪ ਦੇ ਵਿੱਚ ਤੂੰ ਆਪ ਹੀ ਹੈ। ਮੇਰੇ ਤਨ ਦੇ ਵਿੱਚ ਵੀ ਤੇਰਾ ਹੀ ਰੂਪ, ਮੇਰੇ ਮਨ ਦੇ ਵਿੱਚ ਵੀ ਤੂੰ ਵਸਿਆ ਹੋਇਆ ਹੈ। ਮਨ ਤਨ ਰਵਤ ਰਵਨੇ, ਜਿਹੜਾ ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਰਮਿਆ ਹੋਇਆ, ਫਿਰ ਮੇਰੇ ਤੋਂ ਵੱਖ ਥੋੜੇ ਹੋਏਗਾ। ਵੱਖ ਤੇ ਹੈ ਹੀ ਨਹੀਂ, ਮੇਰੇ ਤੋਂ ਅਲੱਗ ਤੇ ਹੈ ਹੀ ਨਹੀਂ। ਮੈਂ ਉਸ ਰੱਬ ਨੂੰ ਨਹੀਂ ਪੁਕਾਰਦਾ ਜਿਹੜਾ 7ਵੇਂ ਅਸਮਾਨ ਤੇ ਬੈਠਾ ਹੈ, ਜਿਹੜਾ 11ਵੇਂ ਅਸਮਾਨ 'ਚ ਬੈਠਾ ਹੈ, ਜਿਹੜਾ ਕਿਸੇ ਬੈਕੁੰਠ 'ਚ ਬੈਠਾ ਹੋਇਆ ਹੈ, ਜਿਹੜਾ ਕਿਸੇ ਬਹਿਸ਼ਤ ਵਿੱਚ, ਕਿਸੇ ਜੰਨਤ ਵਿੱਚ ਬੈਠਾ ਹੋਇਆ ਹੈ, ਜਿਹੜਾ ਕਿਸੇ ਆਸਮਾਨ ਵਾਲੇ ਸੱਚਖੰਡ ਦਰਬਾਰ ਵਿੱਚ ਬੈਠਾ ਹੋਇਆ। ਉਹਨੂੰ ਨਹੀਂ, ਮੈਂ ਉਸ ਰੱਬ ਨੂੰ ਪੁਕਾਰ ਕਰ ਰਿਹਾ ਜਿਹੜਾ ਮੇਰੇ ਅੰਦਰ ਹੀ ਹੈ, ਮੇਰੇ ਨਾਲ ਹੈ, ਮੇਰੇ ਮਨ ਵਿੱਚ, ਮੇਰੇ ਤਨ ਵਿੱਚ ਰਮਿਆ ਹੋਇਆ ਹੈ। ਤੇ ਜਿਹੜਾ ਮੇਰੇ ਤਨ ਮਨ ਵਿੱਚ ਰਮਿਆ ਹੋਇਆ ਹੈ, ਮੇਰੇ ਤੋਂ ਵੱਖ ਨਹੀਂ ਹੈ। ਫਿਰ ਉਹੀ ਮੇਰਾ ਆਪਣਾ ਹੋਇਆ ਨਾ। ਮਾਤਾ ਪਿਤਾ ਤੇ ਅਲੱਗ ਹੋ ਜਾਂਦੇ ਨੇ, ਧੀਆਂ ਪੁੱਤਰ ਤੇ ਇੱਕ ਦਿਨ ਵਿਆਹ ਕੇ ਅਲੱਗ ਹੋ ਜਾਂਦੇ ਨੇ, ਪਤੀ ਜਾਂ ਪਤਨੀ ਜੀਵਨ ਸਾਥੀ ਜੋ ਕਿਹਨਾਂ ਤੁਰ ਜਾਂਦਾ ਹੈ, ਜਾਂ ਹੋਰ ਰਿਸ਼ਤੇਦਾਰ ਦੋਸਤ ਮਿੱਤਰ ਇੱਕ ਦਿਨ ਅਲੱਗ ਹੋ ਜਾਂਦੇ ਨੇ। ਪਰ ਤੂੰ ਮੇਰੇ ਤੋਂ ਕਦੀ ਅਲੱਗ ਨਹੀਂ ਹੋਇਆ। ਮੇਰੇ ਮਨ, ਮੇਰੇ ਤਨ ਦੇ ਅੰਦਰ ਰਮਿਆ ਹੀ ਹੋਇਆ ਹੈ। ਰਮੇ ਹੋਏ ਪ੍ਰਭੂ, ਮੇਰੇ ਮਨ ਮੇਰੇ ਤਨ ਵਿੱਚ ਵਸੇ ਹੋਏ ਇਹ ਪ੍ਰਭੂ, ਤੂੰ ਮੇਰੇ ਤੋਂ ਵੱਖ ਨਹੀਂ ਹੈ। ਮੈਂ ਤੇਰੇ 'ਚ ਹੀ ਸਮਾਇਆ ਹੋਇਆ। ਘੜੀ ਨਾ ਵਿਸਰੈ, ਤੇ ਤੂੰ ਇੱਕ ਘੜੀ ਵੀ ਮੇਰੇ ਤੋਂ ਵਿਸਰਦਾ ਨਹੀਂ ਹੈ, ਵੱਖ ਨਹੀਂ ਹੁੰਦਾ। ਮੈਂ ਤੇਰੇ ਤੋਂ ਬਿਨਾਂ ਜੀ ਨਹੀਂ ਸਕਾਂਗਾ ਜੇ ਤੂੰ ਮੇਰੇ ਤੋਂ ਵੱਖ ਹੋ ਜਾਏ। ਇੱਕ ਘੜੀ ਵੀ ਜੀ ਨਹੀਂ ਸਕਾਂਗਾ ਜੇ ਮੈਂ ਤੇਰੇ ਤੋਂ ਵੱਖ ਹੋ ਜਾਵਾਂ। ਮੈਂ ਇੱਕ ਘੜੀ ਵੀ ਤੈਨੂੰ ਭੁਲਾ ਨਹੀਂ ਸਕਦਾ। ਘੜੀ ਨਾ ਵਿਸਰੈ, ਇੱਕ ਘੜੀ ਤੈਨੂੰ ਭੁਲਾ ਦਿੰਦਾ ਵਾਂ ਤੇ ਮੇਰੇ ਭਾਗ ਕਲਯੁਗ ਆ ਜਾਂਦਾ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਇੱਕ ਘੜੀ ਤੂੰ ਨਾ ਮਿਲੇ, ਮੇਰੇ ਭਾਗ ਕਲਯੁਗ ਆ ਜਾਂਦੇ। ਪਰ ਤੂੰ ਇੱਕ ਘੜੀ ਵੀ ਮੇਰੇ ਤੋਂ ਵੱਖ ਨਹੀਂ ਹੈ, ਇੱਕ ਘੜੀ ਵੀ ਮੈਂ ਤੈਨੂੰ ਭੁੱਲਦਾ ਨਹੀਂ ਆ। ਔਰ ਸੱਚਮੁੱਚ ਜਦੋਂ ਭਗਤ ਪ੍ਰਭੂ ਵਿੱਚ ਲੀਨ ਹੁੰਦਾ ਹੈ, ਉਹਦੇ ਮਨ ਤਨ ਵਿੱਚ ਪ੍ਰਭੂ ਵਸਿਆ ਹੁੰਦਾ ਹੈ, ਔਰ ਭਗਤ ਆਪਣੇ ਮਨ ਤਨ ਵਿੱਚ ਐਸੇ ਪ੍ਰਭੂ ਨੂੰ ਪ੍ਰਗਟ ਕਰਦਾ ਹੈ, ਫਿਰ ਉਸੇ ਪ੍ਰਭੂ ਤੋਂ ਵੱਖ ਹੋ ਹੀ ਨਹੀਂ ਸਕਦਾ। ਇੱਕ ਘੜੀ ਵੀ ਐਸੇ ਪ੍ਰਭੂ ਤੋਂ ਵੱਖ ਹੋ ਜਾਣਾ, ਉਹਦੇ ਪਾਦਾ ਕਲਯੁਗ ਹੈ, ਵੱਖ ਹੁੰਦਾ ਹੀ ਨਹੀਂ। ਮਾਨੋ ਬੂੰਦ ਸਾਗਰ ਵਿੱਚ ਮਿਲ ਗਈ, ਹੁਣ ਸਾਗਰ ਤੋਂ ਵੱਖ ਨਹੀਂ ਹੋ ਸਕੇਗੀ। ਸਮੁੰਦਰ 'ਚ ਬੂੰਦ ਚਲੀ ਗਈ, ਕਿਵੇਂ ਅਲੱਗ ਹੋਏਗੀ? ਇੱਕ ਬੂੰਦ ਸਮੁੰਦਰ 'ਚ ਸੁੱਟ ਦਿਓ, ਹੁਣ ਉਹਨੂੰ ਵਾਪਸ ਕੱਢਣਾ ਚਾਹੋ ਕੱਢ ਲਓਗੇ, ਯਤਨ ਕਰਕੇ ਦੇਖ ਲਓ। ਪਾਣੀ ਬਾਹਰ ਕੱਢੋਗੇ, ਪਰ ਜਿਹੜੀ ਬੂੰਦ ਗਈ ਉਹ ਕਿਵੇਂ ਕੱਢ ਲਵਾਂਗੇ? ਉਹ ਤੇ ਸਮਾ ਗਈ, ਲੀਨ ਹੋ ਗਈ। ਮਾਨੋ ਗੰਗਾ ਸਮੁੰਦਰ ਵਿੱਚ ਲੀਨ ਹੋ ਗਈ, ਸਤਲੁਜ ਸਮੁੰਦਰ ਵਿੱਚ ਲੀਨ ਹੋ ਗਿਆ। ਹੁਣ ਉਸ ਸਤਲੁਜ ਨੂੰ, ਉਸ ਗੰਗਾ ਨੂੰ ਬਾਹਰ ਕੱਢ ਸਕਦੇ ਹਾਂ? ਹੁਣ ਉਹ ਪਾਣੀ ਜਿਹੜਾ ਸਾਗਰ ਦਾ ਰੂਪ ਹੋ ਗਿਆ, ਹੁਣ ਵੱਖ ਨਹੀਂ ਹੋ ਸਕਦਾ। ਇਸੇ ਤਰ੍ਹਾਂ ਜਿਹੜਾ ਸੱਚ ਵਿੱਚ ਸਮਾ ਜਾਂਦਾ ਹੈ ਨਾ, ਉਹ ਭਗਤ ਫਿਰ ਸੱਚ ਤੋਂ ਵੱਖ ਨਹੀਂ ਹੋ ਸਕਦਾ। ਜਿਹੜਾ ਭਗਤ ਨਿਰਵੈਰ ਵਿੱਚ ਸਮਾ ਜਾਂਦਾ ਹੈ, ਉਹ ਨਿਰਵੈਰਤਾ ਤੋਂ ਅਲੱਗ ਨਹੀਂ ਹੋ ਸਕਦਾ। ਜਿਹੜਾ ਭਗਤ ਨਿਰਭੈ ਪ੍ਰਭੂ ਨਿਰਭਉ 'ਚ ਸਮਾ ਜਾਂਦਾ ਹੈ, ਉਹ ਪ੍ਰਭੂ ਤੋਂ ਫਿਰ ਵੱਖ ਨਹੀਂ ਹੋ ਸਕਦਾ। ਜਿਹੜਾ ਨਿਰਭਉ 'ਚ ਸਮਾ ਗਿਆ, ਹੁਣ ਉਹਦੇ ਨੇੜੇ ਭਉ ਆ ਹੀ ਨਹੀਂ ਸਕਦਾ। ਨਿਰਭੈਤਾ ਉਹਦੇ ਅੰਦਰੋਂ ਕੱਢੀ ਨਹੀਂ ਜਾ ਸਕਦੀ। ਨਿਰਭੈਤਾ 'ਚ ਤਾਂ ਲੀਨ ਹੋ ਗਿਆ। ਪ੍ਰਭੂ ਨਿਰਭਉ ਹੈ, ਤੇ ਜਿਹੜਾ ਨਿਰਭਉ 'ਚ ਸਮਾ ਗਿਆ ਹੈ, ਉਹਨੂੰ ਨਿਰਭਉ ਤੋਂ ਵੱਖ ਕਿਵੇਂ ਕਰਾਂਗੇ? ਕੋਸ਼ਿਸ਼ ਕੀਤੀ ਸੀ ਨਾ ਵਜ਼ੀਰ ਖਾਨ ਨੇ ਕਿ ਆ ਜਿਹੜੇ 7 ਸਾਲ ਤੇ 9 ਸਾਲ ਦੀ ਉਮਰ ਦੇ ਬੱਚੇ ਨੇ, ਇਹਨਾਂ ਨੂੰ ਮੈਂ ਡਰਾ ਦਿਆਂ। ਉਹਨੇ ਡਰਾਉਣ ਦਾ ਯਤਨ ਕੀਤਾ, ਧਮਕੀਆਂ ਦਿੱਤੀਆਂ ਨੇ। ਉਹ ਨਹੀਂ ਡਰੇ, ਉਹਨੇ ਕਿਹਾ ਵੀ ਮੈਂ ਕਸ਼ਟ ਦਿਆਂਗਾ ਤੇ ਡਰ ਜਾਣਗੇ। ਉਹਨੇ ਤਸੀਹੇ ਵੀ ਦਿੱਤੇ, ਸਾਹਿਬਜ਼ਾਦੇ ਡਰੇ ਨਹੀਂ। ਕਿੰਨੇ ਤਸੀਹੇ ਦਿੱਤੇ ਉਹਨਾਂ ਨੇ। ਅਸੀਂ ਤੇ ਸਿਰਫ ਇਹਨਾਂ ਕੋਈ ਇਤਿਹਾਸ ਪੜ੍ਹਦੇ ਆ ਨਾ ਵੀ ਛੋਟੇ ਸਾਹਿਬਜ਼ਾਦੇ ਨੂੰ ਨੀਹਾਂ 'ਚ ਚਿਣ ਦਿੱਤਾ ਤੇ ਗੱਲ ਖਤਮ ਹੋ ਗਈ। ਇੱਥੇ ਥੋੜੀ ਸੀ ਬਸ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇੱਕ ਕਵੀ ਸਿੱਖ ਸੀ, ਉਹਦਾ ਨਾਮ ਸੀ ਭਾਈ ਦੁੰਨਾ ਸਿੰਘ। ਭਾਈ ਦੁੰਨਾ ਸਿੰਘ ਹੰਡੂਰੀਆ ਉਹਦਾ ਨਾਮ ਪ੍ਰਚਲਿਤ ਹੈ। ਕਲਗੀਧਰ ਪਾਤਸ਼ਾਹ ਨੇ ਦੁੰਨਾ ਸਿੰਘ ਨੂੰ ਕਿਹਾ ਸੀ, ਦੇਖ ਤੂੰ ਹੈ ਵਾਕਿਆ ਨਵੀਸ, ਤੇਰਾ ਕੰਮ ਹੈ ਵਾਕਿਆ ਲਿਖਣਾ।
कह लो भी जिवें अज रिपोर्टर हुंदे ने, उदां दा रिपोर्टर सी, सारी रिपोर्टां तैयार करदा सी। सतगुरु कहण लगे दुना सिया भी तू है वाकिया नवीस, जिहड़ी रब ने तेरी ड्यूटी लाई है, तू वो ड्यूटी ईमानदारी नाल निभाई। तेरा काम है रिपोर्ट तैयार करनी, जो कुछ होएगा आने वाले समय च वो सारा कुछ तू नोट कर ले। कवि दुन्ना सिंह हंडूरिया ने छोटे साहिबजादे दे हालात अखी देखे, किवें किवें उन्हां नूं तसीहे दित्ते, किवें किवें उन्हां नूं डराया धमकाया गया, किवें उन्हां नूं मारिया गया ते किवें उन्हां नूं तसीहे दे के शहीद कीता। वो सारा वाकिया कवि दुन्ना सिंह हंडूरिया ने लिख दिता ते उस लिखत दा नाम है कथा गुरु जी के सुतन की, ਉਹਦਾ नाम है। ਉਹਦੇ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਸਾਹਿਬਜ਼ਾਦਿਆਂ ਦੇ ਹੱਥਾਂ ਦੇ ਉੱਪਰ ਅੰਗਾਰੇ ਵੀ ਰੱਖੇ ਗਏ। ਉਹਨੇ ਜ਼ਿਕਰ ਕੀਤਾ ਇਸ ਗੱਲ ਦਾ ਸ਼ੁਰੂਆਤ ਤੋਂ ਹੀ ਕਿ ਜਦੋਂ ਸਾਹਿਬਜ਼ਾਦਿਆਂ ਨੂੰ ਫੜ ਕੇ ਲਿਜਾਣ ਲੱਗੇ ਤੇ ਸਾਹਿਬਜ਼ਾਦਿਆਂ ਨੂੰ ਹੱਥਕੜੀਆਂ ਪਾਈਆਂ। ਬਾਬਾ ਫਤਿਹ ਸਿੰਘ ਨੇ, ਬਾਬਾ ਜੋਰਾਵਰ ਸਿੰਘ ਨੇ ਹੱਥਕੜੀਆਂ ਚੋਂ ਹੱਥ ਬਾਹਰ ਕੱਢ ਲਏ, ਕਿਉਂਕਿ ਵੱਡਿਆਂ ਵਾਸਤੇ ਸੀ ਹੱਥਕੜੀਆਂ, ਬੱਚਿਆਂ ਵਾਸਤੇ ਤੇ ਹੱਥਕੜੀਆਂ ਬਣਦੀਆਂ ਨਹੀਂ ਹਨ। ਸਾਹਿਬਜ਼ਾਦੇ ਦੇ ਹੱਥ ਛੋਟੇ ਸਨ, ਨੰਨੇ ਸਨ, ਉਹਨਾਂ ਹੱਥ ਬਾਹਰ ਖਿੱਚ ਲਏ। ਉਹਨਾਂ ਫਿਰ ਹੱਥਕੜੀਆਂ ਲਾਈਆਂ। ਉਸ ਤੋਂ ਬਾਅਦ ਫਿਰ ਉਹਨਾਂ ਨੇ ਹੱਥ ਬਾਹਰ ਕੱਢ ਲਏ। ਫਿਰ ਸਾਹਿਬਜ਼ਾਦੇ ਨੂੰ ਰੱਸਿਆਂ ਦੇ ਨਾਲ ਉਹਨਾਂ ਦੇ ਹੱਥ ਬੰਨੇ ਗਏ। ਸਾਹਿਬਜ਼ਾਦੇ ਦੇ ਰੱਸਿਆਂ ਨਾਲ ਹੱਥ ਬੰਨੇ, ਮਾਤਾ ਜੀ ਨੂੰ ਗੱਡੇ ਤੇ ਬਿਠਾਇਆ ਤੇ ਸਾਹਿਬਜ਼ਾਦਿਆਂ ਨੂੰ ਖੇੜੀ ਪਿੰਡ ਤੋਂ, ਜਿਹਨੂੰ ਜਿਹੜਾ ਸਹੇੜੀ ਪਿੰਡ ਸੀ, ਸਿੱਖਾਂ ਨੇ ਸਹੇੜੀ ਉਖੇੜੀ ਕਹਿ ਕੇ ਇਹਦਾ ਨਾਂ ਹੀ ਖੇੜੀ ਪਾ ਦਿੱਤਾ। ਅੱਜ ਵੀ ਉਸ ਪਿੰਡ ਦਾ ਨਾਮ ਸਹੇੜੀ ਲਿਖਿਆ ਉੱਥੇ, ਪਰ ਖੇੜੀ ਪਾ ਦਿੱਤਾ, ਸਹੇੜੀ ਉਖੇੜੀ ਭਾਵ ਉਖਾੜ ਦਿੱਤੀ ਅਸੀਂ ਇਹ ਸਹੇੜੀ। ਖੇੜੀ ਪਿੰਡ ਉੱਥੋਂ ਲੈ ਕੇ ਮਰਿੰਡੇ ਤੱਕ ਸਾਹਿਬਜ਼ਾਦਿਆਂ ਨੂੰ ਸਰਦ ਮਹੀਨੇ ਦੇ ਵਿੱਚ, ਸਰਦ ਰਾਤ ਵਿੱਚ ਤੁਰਾ ਕੇ ਲੈ ਕੇ ਗਏ। ਉਸ ਤੋਂ ਬਾਅਦ ਹੱਥਾਂ ਉੱਪਰ ਅੰਗਾਰੇ ਵੀ ਰੱਖੇ ਗਏ। ਸਾਹਿਬਜ਼ਾਦਿਆਂ ਨੂੰ ਪਿੱਪਲ ਨਾਲ ਬੰਨ੍ਹ ਕੇ ਦੂਰੋਂ ਗੁਲੇਲਾਂ ਵੀ ਮਾਰੀਆਂ ਗਈਆਂ। ਬਾਬਾ ਫਤਿਹ ਸਿੰਘ ਦੇ ਮੱਥੇ ਦੇ ਉੱਪਰ ਆ ਕੇ ਇੱਕ ਪੱਥਰ ਵੱਜਿਆ ਗੁਲੇਲ ਦਾ, ਖੂਨ ਦੀ ਤਤੀਰੀ ਵਹਿ ਤੁਰੀ ਤੇ ਖੱਬੇ ਹੱਥ ਦੇ ਨਾਲ ਸਾਹਿਬਜ਼ਾਦੇ ਨੇ ਆਪਣੀ ਅੱਖ ਦੇ ਉੱਪਰ ਹੱਥ ਰੱਖ ਲਿਆ। ਉਹ ਜ਼ਾਲਮ ਪੁੱਛਦੇ ਨੇ, ਸਿੱਖੀ ਤਿਆਗੋਗੇ, ਸਿੱਖੀ ਛੱਡ ਕੇ ਇਸਲਾਮ ਕਬੂਲ ਕਰੋਗੇ? ਤੇ ਬਾਬਾ ਫਤਿਹ ਸਿੰਘ ਬੋਲੇ ਨਹੀਂ, ਸਿਰ ਹਿਲਾ ਕੇ ਨਾਲ ਦਾ ਜਵਾਬ ਦਿੱਤਾ, ਨਹੀਂ। ਇਹਨਾਂ ਕੋ ਬੋਲੇ ਨਹੀਂ। ਅੱਖ ਦੇ ਉੱਪਰ ਹੱਥ ਰੱਖਿਆ ਹੋਇਆ, ਖੂਨ ਦੀ ਤਤੀਰੀ ਵਹਿ ਤੁਰੀ ਹੈ। ਜ਼ਾਲਮ ਪੁੱਛਦੇ ਨੇ, ਇਸਲਾਮ ਕਬੂਲ ਕਰੋਗੇ, ਸਿੱਖੀ ਤਿਆਗ ਦਿਓਗੇ? ਬਾਬਾ ਫਤਿਹ ਸਿੰਘ ਆਖਦੇ ਨੇ ਨਹੀਂ, ਸਿਰ ਹਿਲਾ ਕੇ। ਕਿੰਨੇ ਤਸੀਹੇ ਦਿੱਤੇ ਹੋਣਗੇ, ਪਰ ਨਿਰਵੈਰਤਾ ਚ ਜਿਹੜੇ ਸਮਾ ਗਏ। ਕੀ ਹੁਣ ਵਜ਼ੀਰ ਖਾਨ ਉਹਨਾਂ ਸਾਹਿਬਜ਼ਾਦਿਆਂ ਵਿੱਚੋਂ ਨਿਰਭੈਤਾ ਦਾ ਗੁਣ ਬਾਹਰ ਕੱਢ ਸਕਿਆ? ਨਿਰਭਉ ਚ ਸਮਾ ਗਏ। ਉਹ ਭੌ ਰਿਹਾ ਹੀ ਨਹੀਂ ਉਹਨਾਂ ਦੇ ਅੰਦਰ, ਮੌਤ ਲਈ ਤਿਆਰ ਨੇ, ਬਿਲਕੁਲ ਤਿਆਰ ਨੇ, ਨਿਰਭਉ ਚ ਸਮਾ ਗਏ। ਭਾਈ ਮਤੀ ਦਾਸ ਜੀ ਸੱਚ ਚ ਸਮਾ ਗਏ। ਬੜਾ ਜ਼ੋਰ ਲਾਇਆ ਸੀ ਉਸ ਜ਼ਮਾਨੇ ਦੇ ਕਾਜ਼ੀ ਨੇ, ਕਾਜ਼ੀ ਅਬਦੁਲ ਵਹਾਬ ਬੋਰਾ। ਉਹ ਆਖਦਾ, ਭਾਈ ਮਤੀ ਦਾਸ ਅਜੇ ਵੀ ਛੱਡ ਦੇ ਸੱਚ ਨੂੰ। ਅੱਜ ਜਿਨ੍ਹਾਂ ਲੋਕਾਂ ਦੀ ਬਾਂਹ ਫੜ ਕੇ ਤੁਸੀਂ ਆਏ ਹੋ, ਤੁਹਾਡੇ ਤੋਂ ਬਾਅਦ ਅਸੀਂ ਇਹਨਾਂ ਨੂੰ ਕਨਵਰਟ ਕਰ ਲਵਾਂਗੇ ਆਪਣੇ ਮਤ ਦੇ ਵਿੱਚ। ਕਿਵੇਂ ਬਚਾ ਲਓਗੇ? ਕਿਉਂ ਆਪਣੀ ਜਾਨ ਅਜਾਈ ਗਵਾ ਰਹੇ ਹੋ? ਕਿਉਂ ਵਰਥ ਜ਼ਿੰਦਗੀ ਗਵਾ ਰਹੇ ਹੋ? ਛੱਡ ਦਿਓ। ਕਿਉਂ ਸੱਚ ਦਾ ਸਾਥ ਦੇ ਰਹੇ ਹੋ? ਛੱਡ ਦਿਓ ਇਹਨਾਂ ਨੂੰ, ਇਹਨਾਂ ਦੇ ਹਾਲ ਦੇ ਉੱਪਰ। ਭਾਈ ਮਤੀ ਦਾਸ, ਨਹੀਂ ਇਹਨਾਂ ਲੋਕਾਂ ਦਾ ਸਾਥ ਛੱਡੋਗੇ, ਆਰੇ ਨਾਲ ਤੁਹਾਡੇ ਸਰੀਰ ਦੇ 2 ਟੁਕੜੇ ਕਰ ਦਿਆਂਗੇ। ਤੇ ਭਾਈ ਮਤੀ ਦਾਸ ਆਖਦੇ ਨੇ, ਕਾਜ਼ੀ ਅਬਦੁਲ ਵਹਾਬ ਬੋਰਾ, ਮੈਂ ਸੱਚ ਚ ਸਮਾ ਗਿਆ, ਹੁਣ ਸੱਚ ਮੈਥੋਂ ਵੱਖ ਨਹੀਂ ਹੋ ਸਕਦਾ। ਆਰੇ ਨਾਲ ਮੇਰੇ ਸਰੀਰ ਦੇ 2 ਟੁਕੜੇ ਹੋ ਸਕਦੇ ਨੇ, ਅੰਦਰਲਾ ਸੱਚ ਨਹੀਂ 2 ਟੋਟੇ ਹੋ ਸਕਦਾ। ਸੱਚ ਨੇ ਸੱਚ ਹੀ ਰਹਿਣਾ। ਸੱਚ ਚ ਜਿਹੜੇ ਸਮਾ ਗਏ ਭਾਈ ਮਤੀ ਦਾਸ, ਭਾਈ ਸਤੀ ਦਾਸ ਜਿਹੜੇ ਸੱਚ ਚ ਸਮਾ ਗਏ, ਜਿਹੜੇ ਭਾਈ ਦਿਆਲਾ ਜੀ ਸੱਚ ਵਿੱਚ ਸਮਾ ਗਏ, ਉਹਨਾਂ ਦੇ ਸਰੀਰ ਨੂੰ ਉਬਾਲ ਦਿੱਤਾ, ਅੱਗ ਲਾ ਕੇ ਸਾੜ ਦਿੱਤਾ, ਪਰ ਉਹਨਾਂ ਦਾ ਸੱਚ ਉਹਨਾਂ ਤੋਂ ਵੱਖ ਨਹੀਂ ਹੋਇਆ, ਅਲੱਗ ਨਹੀਂ ਹੋਇਆ। ਸਿੱਖ ਗਿੱਡੀਆਂ ਥੱਲੇ ਆ ਕੇ ਪੰਜਾ ਸਾਹਿਬ ਚੂਰਾ ਚੂਰਾ ਹੋ ਗਏ, ਪਰ ਉਹਨਾਂ ਦਾ ਸੱਚ ਨਹੀਂ ਚੂਰਾ ਚੂਰਾ ਹੋਇਆ, ਸੱਚ ਉਦਾਂ ਹੀ ਰਿਹਾ ਹੈ, ਸੱਚ ਨਾਲੋਂ ਟੁੱਟੇ ਨਹੀਂ। ਜਿਹੜੇ ਸਮਾ ਜਾਂਦੇ ਨੇ ਉਹ ਅਲੱਗ ਨਹੀਂ ਹੁੰਦੇ, ਔਰ ਜਿਹੜੇ ਸਮਾ ਜਾਂਦੇ ਨੇ ਉਹ ਸੱਚ ਦਾ ਰੂਪ ਹੋ ਜਾਂਦੇ ਨੇ, ਨਿਰਭਉ ਨਿਰਵੈਰ ਦਾ ਰੂਪ ਹੋ ਜਾਂਦੇ ਨੇ, ਦਇਆ ਦਾ ਰੂਪ ਹੋ ਜਾਂਦੇ ਨੇ, ਪ੍ਰੇਮ ਦਾ ਰੂਪ ਹੋ ਜਾਂਦੇ ਨੇ। हे ਪ੍ਰਭੂ, ਤੂੰ ਤੇ ਮੇਰੇ ਅੰਦਰ ਰਚ ਮਿਚ ਗਿਆ। हे सच प्रभु, हे दया प्रभु, हे प्रेम प्रभु, हे निरभौ निर्वैर प्रभु, हे अकाल प्रभु, तू मेरे अंदर समा गया है। मन तन रवत रवन्ने, घड़ी ना बिसरै। हुण एक घड़ी भी मेरे तो वख ना हुंदा, एक घड़ी भी।
ਹੁਣ ਮੈਂ ਇੱਕ ਘੜੀ ਵੀ ਤੈਨੂੰ ਭੁਲਾ ਨਹੀਂ ਸਕਦਾ, ਤੇਰੇ ਤੋਂ ਵੱਖ ਹੋ ਹੀ ਨਹੀਂ ਸਕਦਾ, ਤੂੰ ਤੇ ਸਮਾ ਗਿਆ ਮੇਰੇ ਅੰਦਰ। ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ। ਕਿਉਂ ਘੜੀ ਵਿਸਾਰੀ? ਮੈਂ ਕਿਵੇਂ, ਇੱਥੇ ਕਿਉਂ ਦਾ ਭਾਵ ਕਿਵੇਂ, ਮੈਂ ਕਿਵੇਂ ਤੈਨੂੰ ਇੱਕ ਘੜੀ ਵਿਸਾਰਦਾ? ਭਾਵ ਮੈਂ ਤੈਨੂੰ ਇੱਕ ਘੜੀ ਵੀ ਵਿਸਾਰ ਨਹੀਂ ਸਕਦਾ, ਜਰਾ ਜਿੰਨਾ ਵੀ ਮੈਂ ਵਿਸਾਰ ਨਹੀਂ ਸਕਦਾ। ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਮੈਂ ਤੇ ਸਮਰਪਿਤ ਹੋ ਗਿਆ, ਮੈਂ ਤੇ ਆਪਣਾ ਬਲ ਹਾਰ ਦਿੱਤਾ ਵੇ। ਬਲਿਹਾਰੀ ਮੈਨੇ ਆਪਣਾ ਬਲ ਹਾਰ ਦੇਣਾ, ਆਪਣੀ ਤਾਕਤ ਸਰੈਂਡਰ ਕਰ ਦੇਣੀ, ਆਪਣੇ ਆਪੇ ਨੂੰ ਭੇਟ ਕਰ ਦੇਣਾ। ਮੈਂ ਤੇ ਆਪਣੇ ਆਪ ਨੂੰ ਸਮਰਪਿਤ ਹੀ ਕਰ ਦਿੱਤਾ ਹੈ, ਮੈਂ ਤੇ ਬਲਿਹਾਰ ਗਿਆ, ਮੈਂ ਤੇ ਸਦਕੇ ਗਿਆ, ਮੈਂ ਤੇ ਵਾਰਨੇ ਕਰ ਦਿੱਤਾ, ਮੈਂ ਤੇ ਆਪਣੇ ਆਪ ਨੂੰ ਸਮਰਪਿਤ ਕਰ ਦਿੱਤਾ ਸੱਚ ਦੇ। ਹੁਣ ਮੈਂ ਉਸ ਸੱਚ ਤੋਂ ਬਿਨਾਂ ਜੀ ਨਹੀਂ ਸਕਦਾ, ਇੱਕ ਘੜੀ ਵੀ ਕਿਉਂ ਭੁੱਲਾਂ ਮੈਂ ਸੱਚ ਨੂੰ? ਮੈਂ ਤੇ ਜਿਉਂਦਾ ਹੀ ਉਸ ਸੱਚ ਦੇ ਨਾਲ ਹਾਂ। ਮੇਰਾ ਤੇ ਜੀਵਨ ਹੀ ਹੁਣ ਸੱਚ ਬਣ ਗਿਆ, ਸੱਚ ਤੋਂ ਬਿਨਾਂ ਮੇਰਾ ਜੀਵਨ ਹੀ ਨਹੀਂ ਹੈ। ਮੇਰਾ ਜੀਵਨ ਹੀ ਹੁਣ ਪ੍ਰੇਮ ਬਣ ਗਿਆ ਹੈ, ਮੇਰਾ ਜੀਵਨ ਹੀ ਨਿਰਭੈਤਾ ਬਣ ਗਿਆ ਹੈ, ਮੇਰਾ ਜੀਵਨ ਹੀ ਨਿਰਵੈਰਤਾ ਬਣ ਗਿਆ ਹੈ। ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ, ਮੈਂ ਤੇ ਗੁਣਾਂ ਨੂੰ ਗਾ ਕੇ ਹੀ ਜਿਉਂਦਾ ਹਾਂ। ਜਿਹੜੇ ਤੇਰੇ ਗੁਣ ਨੇ ਨਾ, ਸੱਚ, ਦਇਆ, ਧਰਮ, ਪ੍ਰੇਮ, ਧੀਰਜ, ਨਿਮਰਤਾ, ਨਿਰਮਾਣਤਾ, ਨਿਸ਼ਕਾਮਤਾ, ਨੀਤੀ, ਸੱਚਾਈ, ਸੰਤੋਖ, ਸਹਿਜ, ਮੈਂ ਇਹਨਾਂ ਗੁਣਾਂ ਨੂੰ ਗਾ ਕੇ ਜਿਉਂਦਾ ਵਾਂ। ਇਹ ਗੁਣ ਮੇਰਾ ਜੀਵਨ ਬਣ ਗਏ ਨੇ। हे ਪ੍ਰਭੂ, ਆ ਜਿਹੜੇ ਤੇਰੇ ਰੱਬੀ ਗੁਣ ਨੇ, ਇਹਨਾਂ ਨੂੰ ਗਾ ਕੇ ਭਾਵ ਇਹਨਾਂ ਨੂੰ ਮੰਨ ਕੇ ਜਿਉਂਦਾ ਹਾਂ। ਗਾਉਣਾ ਭਾਵ ਮੈਂ ਹੁਕਮ ਚ ਆ ਗਿਆ। ਜੇ ਅਸੀਂ ਪੜ੍ਹਦੇ ਆ ਨਾ, ਗਾਵਨ ਤੁਧ ਨੂੰ ਪੌਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ। ਹੁਣ ਇੱਥੇ ਦਾ ਮਤਲਬ ਇਹ ਥੋੜੇ ਵੀ ਉਹ ਵਾਜਾ ਤਬਲਾ ਲੈ ਕੇ ਬੈਠੇ ਨੇ, ਅੱਗ ਹਵਾ ਪਾਣੀ ਤੇ ਗਾ ਰਹੇ ਨੇ। ਹੁਣ ਪਾਣੀ ਗਾਏਗਾ, ਉਹ ਤੇ ਵਾਜੇ ਨੂੰ ਗਾਲ ਦੇਗਾ, ਤਬਲੇ ਨੂੰ ਗਾਲ ਦੇਗਾ। ਅੱਗ ਗਾਏਗੀ, ਅੱਗ ਤੇ ਵਾਜੇ ਨੂੰ ਸਾੜ ਦੇਗੀ। ਅੱਗ ਹਵਾ ਪਾਣੀ ਕਿਵੇਂ ਗਾ ਰਹੇ ਨੇ? ਉਹਦੇ ਹੁਕਮ ਚ ਚੱਲ ਰਹੇ ਨੇ, ਉਹਦੇ ਹੁਕਮ ਨੂੰ ਮੰਨ ਕੇ ਜੀ ਰਹੇ ਨੇ, ਉਹਦੇ ਹੁਕਮਾਂ ਵਿੱਚ ਸਮਾਏ ਹੋਏ ਨੇ, ਉਹਦੇ ਹੁਕਮ ਨੂੰ ਮੰਨ ਰਹੇ ਨੇ। ਗਾਉਣ ਦਾ ਭਾਵ ਉਹਦੇ ਹੁਕਮ ਵਿੱਚ ਚੱਲਣਾ। ਤੇ हे ਪ੍ਰਭੂ, ਹੋਂ ਜੀਵਾਂ ਗੁਣ ਗਾਏ, ਅੱਜ ਤੇਰੇ ਗੁਣ ਨੇ, ਇਹਨਾਂ ਨੂੰ ਗਾ ਕੇ ਜਿਉਂਦਾ, ਭਾਵ ਗੁਣਾਂ ਵਿੱਚ ਚੱਲ ਕੇ ਜਿਉਂਦਾ ਹਾਂ। ਇਹ ਨਹੀਂ ਕਿ ਜ਼ਬਾਨ ਤੋਂ ਤੇ ਮੈਂ ਪ੍ਰੇਮ 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 ਬੈਠਾ ਕਰੀ ਜਾਵਾਂ, ਪਰ ਘੰਟੇ ਬਾਅਦ ਪ੍ਰੇਮ ਪ੍ਰੇਮ ਕਰਕੇ ਉੱਠ ਕੇ ਮੈਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿਆਂ। ਇਹ ਵਾਲਾ ਗਾਉਣਾ ਕਿ ਜ਼ਬਾਨ ਤੋਂ ਤੇ ਮੈਂ ਕਹਾਂ ਸਤਨਾਮ ਸਤਨਾਮ, ਸੱਚ ਸੱਚ ਬੋਲੀ ਜਾਵਾਂ, ਪਰ ਘੰਟੇ ਬਾਅਦ ਉੱਠ ਕੇ ਮੈਂ ਝੂਠ ਬੋਲਣਾ ਸ਼ੁਰੂ ਕਰ ਦਿਆਂ। ਜ਼ਬਾਨ ਤੋਂ ਮੈਂ ਕਹੀ ਜਾਵਾਂ ਨਿਰਵੈਰ ਨਿਰਵੈਰ ਨਿਰਵੈਰ, ਪਰ ਉੱਠਾਂ ਸਾਰੀ ਦੁਨੀਆ ਨੂੰ ਦੁਸ਼ਮਣ ਬਣਾਈ ਬੈਠਾ ਹਾਂ, ਗੁਆਂਢੀ ਨਾਲ ਮੇਰੀ ਬਣਦੀ ਨਾ ਹੋਵੇ, ਘਰਦਿਆਂ ਨੂੰ ਗਾਲਾਂ ਕੱਢੀ ਜਾਵਾਂ। ਇਹਨੂੰ ਕਹਿੰਦੇ ਨੇ ਗਾਉਣਾ, ਵੀ ਗੁਣਾਂ ਨੂੰ ਗਾ ਲਿਆ ਮੈਂ, ਸਤਨਾਮ ਸਤਨਾਮ ਕਰ ਲਿਆ। ਗੁਣਾਂ ਨੂੰ ਗਾਉਣ ਦਾ ਭਾਵ ਮੈਂ ਇਹ ਗੁਣਾਂ ਦੇ ਹੁਕਮ ਚ ਆ ਗਿਆ, ਮੈਂ ਗੁਣਾਂ ਦੇ ਮੁਤਾਬਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿੱਤੀ। ਹੁਣ ਮੈਂ ਸੱਚ ਹੀ ਬੋਲਦਾ ਹਾਂ। ਹੁਣ ਮੇਰੀ ਕਿਸੇ ਨਾਲ ਦੁਸ਼ਮਣੀ ਰਹੀ ਨਹੀਂ, ਨਾ ਕੋ ਮੇਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਵੈਰਾਈ। ਹੁਣ ਮੇਰੀ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਕ੍ਰੋਧ ਨਹੀਂ ਰਿਹਾ, ਪ੍ਰੇਮ ਆ ਗਿਆ। ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਹੋਂ ਜੀਵਾਂ ਗੁਣ ਗਾਏ, ਹੋਂ ਜੀਵਾਂ ਗੁਣ ਗਾਏ, ਮੈਂ ਤੇ ਗੁਣਾਂ ਨੂੰ ਗਾ ਕੇ ਜਿਉਂਦਾ ਹਾਂ। ਗੁਣ ਹੀ ਮੇਰਾ ਜੀਵਨ ਬਣ ਗਏ ਨੇ, ਮੇਰਾ ਆਤਮਿਕ ਜੀਵਨ ਗੁਣਾਂ ਭਰਪੂਰ ਹੋ ਗਿਆ। ਮੇਰੇ ਜੀਵਨ ਵਿੱਚ ਦਇਆ ਆ ਗਈ, ਕਠੋਰਤਾ ਨਹੀਂ ਰਹੀ। ਮੇਰੇ ਜੀਵਨ ਵਿੱਚ ਪ੍ਰੇਮ ਆ ਗਿਆ, ਕ੍ਰੋਧ ਨਹੀਂ ਰਿਹਾ। ਮੇਰੇ ਜੀਵਨ ਵਿੱਚ ਸੱਚ ਆ ਗਿਆ, ਝੂਠ ਨਹੀਂ ਰਿਹਾ। ਮੇਰੇ ਜੀਵਨ ਦੇ ਵਿੱਚ ਸਾਰੇ ਸ਼ੁਭ ਗੁਣ ਆ ਗਏ, ਨਿਰਭੈਤਾ ਆ ਗਈ, ਡਰ ਮੁੱਕ ਗਏ, ਨਿਰਵੈਰਤਾ ਆ ਗਈ, ਦੁਸ਼ਮਣ ਕੋਈ ਨਹੀਂ ਰਿਹਾ। ਮੇਰੇ ਜੀਵਨ ਦੇ ਵਿੱਚ ਸਹਿਜ ਆ ਗਿਆ, ਭਟਕਣਾ ਖਤਮ ਹੋ ਗਈ। ਮੇਰੇ ਜੀਵਨ ਦੇ ਵਿੱਚ ਸੰਤੋਖ ਆ ਗਿਆ, ਲੋਭ ਨਹੀਂ ਰਿਹਾ। ਮੇਰੇ ਜੀਵਨ ਵਿੱਚ ਨਿਮਰਤਾ ਆ ਗਈ, ਹੰਕਾਰ ਨਹੀਂ ਰਿਹਾ। ਮੈਂ ਹੁਣ ਇਹਨਾਂ ਗੁਣਾਂ ਤੋਂ ਵਿਛੜ ਕੇ ਇੱਕ ਘੜੀ ਵੀ ਕਿਵੇਂ ਜੀਉ ਸਕਦਾ? ਕਿਉਂ ਘੜੀ ਵਿਸਾਰੀ ਹੋਂ ਬਲਿਹਾਰੀ, ਇਹਨਾਂ ਸ਼ੁਭ ਗੁਣਾਂ ਅੱਗੇ ਮੈਂ ਆਪਣੇ ਬਲ ਨੂੰ ਹਾਰ ਦਿੱਤਾ, ਮੈਂ ਗੁਣਾਂ ਦੇ ਅਧੀਨ ਹੋ ਗਿਆ। ਹੋਂ ਜੀਵਾਂ ਗੁਣ ਗਾਏ, ਹੁਣ ਗੁਣ ਮੇਰਾ ਜੀਵਨ ਬਣ ਗਏ ਨੇ, ਮੈਂ ਗੁਣਾਂ ਨੂੰ ਗਾ ਕੇ ਜਿਉਂਦਾ ਹਾਂ। ਭਾਵ ਗੁਣਾਂ ਨੂੰ ਧਾਰਨ ਕਰਕੇ, ਗੁਣਾਂ ਦੇ ਹੁਕਮ ਦੇ ਵਿੱਚ ਚੱਲ ਕੇ ਮੈਂ ਜ਼ਿੰਦਗੀ ਜਿਉਂਦਾ ਹਾਂ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ। ਨਾ ਕੋਈ ਮੇਰਾ, ਹੁਣ ਮੇਰਾ ਸੱਚਾ ਆਸਰਾ ਹੋਰ ਕੋਈ ਨਹੀਂ ਹੈ। ਸਾਰੇ ਆਸਰੇ ਜਿਹੜੇ ਨੇ ਇੱਕ ਦਿਨ ਸਾਥ ਛੱਡ ਜਾਂਦੇ ਨੇ, ਸਦਾ ਮੇਰੇ ਨਾਲ ਨਹੀਂ ਰਹਿੰਦੇ। ਮੇਰਾ ਸੱਚਾ ਆਸਰਾ ਕੋਈ ਨਹੀਂ ਹੈ।
ਨਾ ਮੈਂ ਕਿਸੇ ਦਾ ਸੱਚਾ ਆਸਰਾ ਬਣ ਸਕਦਾ। ਹਉ ਕਿਸ ਕੇਰਾ, ਮੈਂ ਵੀ ਕਿਹੜਾ ਕਿਸੇ ਦਾ ਸੱਚਾ ਆਸਰਾ ਵਾਂ। ਮੇਰਾ ਵੀ ਕੋਈ ਸੱਚਾ ਆਸਰਾ ਨਹੀਂ। ਹੁਣ ਇੱਥੇ ਮੈਂ ਝੂਠ ਬੋਲਣ ਲੱਗਾ ਤੇ ਮੇਰੀ ਮਾਂ ਨੂੰ ਪਤਾ ਨਹੀਂ ਮੈਂ ਝੂਠ ਬੋਲਣ ਲੱਗਿਆ, ਉਹ ਆ ਕੇ ਰੋਕੇਗੀ ਥੋੜਾ, ਉਹਨੂੰ ਪਤਾ ਹੀ ਨਹੀਂਗਾ। ਜਦ ਮੇਰਾ ਪੁੱਤਰ ਕਿਤੇ ਝੂਠ ਬੋਲਣ ਲੱਗਿਆ, ਮੈਂ ਉਹਦਾ ਸੱਚਾ ਸਾਕ ਨਹੀਂ ਆ। ਉਹ ਆਪਣੇ ਸਕੂਲ ਵਿੱਚ ਬੈਠਾ ਆਪਣੇ ਸਾਥੀ ਦੇ ਨਾਲ ਸਾਹਮਣੇ ਝੂਠ ਬੋਲਣ ਲੱਗਿਆ ਤੇ ਮੈਂ ਜਾ ਕੇ ਉਹਨੂੰ ਰੋਕ ਥੋੜੀ ਸਕਦਾ ਵੀ ਬੇਟੇ ਤੂੰ ਝੂਠ ਨਾ ਬੋਲ, ਮੈਨੂੰ ਪਤਾ ਹੀ ਨਹੀਂ ਝੂਠ ਬੋਲਣ ਲੱਗਿਆ। ਮੈਂ ਵੀ ਉਹਦਾ ਸੱਚਾ ਸਾਕ ਨਹੀਂ ਹਾਂ, ਕਿਉਂਕਿ ਜਿੰਨਾ ਚਿਰ ਮੇਰੇ ਨਾਲ ਹੈ ਉਹਨਾਂ ਚਿਰ ਮੈਨੂੰ ਗਾਈਡ ਕਰ ਸਕਦਾ, ਮੇਰੇ ਤੋਂ ਦੂਰ ਚਲਾ ਜਾਂਦਾ ਹੈ, ਮੈਨੂੰ ਨਹੀਂ ਪਤਾ ਉਹਨੇ ਕੀ ਕਰਨਾ ਹੈ। ਨਾ ਕੋਈ ਮੈਂ ਕਿਸੇ ਦਾ ਵਾਂ, ਨਾ ਕੋਈ ਮੇਰਾ ਹੈ। ਮੈਂ ਕਿਸੇ ਦੀ ਜੇਬ ਕੱਟਣ ਲੱਗਾ, ਮੇਰੇ ਪਾਪੇ ਨੇ ਰੋਕਣ ਨਹੀਂ ਆਣਾ, ਮੇਰੇ ਭਰਾ ਨੇ ਰੋਕਣ ਨਹੀਂ ਆਣਾ। ਮੈਂ ਚੋਰੀ ਕਰਨ ਲੱਗਾ, ਮੇਰੇ ਧੀਆਂ ਪੁੱਤਰਾਂ ਨੇ ਰੋਕਣ ਨਹੀਂ ਆਣਾ, ਬਾਪੂ ਤੂੰ ਚੋਰੀ ਨਾ ਕਰ। ਇੱਥੇ ਮੇਰੇ ਸੱਚੇ ਸਾਖ ਨਹੀਂ ਹਨ। ਤੇ ਜਿੱਥੇ ਮੇਰੇ ਧੀਆਂ ਪੁੱਤਰ, ਮੇਰੇ ਭੈਣ ਭਰਾ ਕੋਈ ਗਲਤ ਕੰਮ ਕਰਨ ਲੱਗਣਗੇ, ਉੱਥੇ ਜਾ ਕੇ ਮੈਂ ਨਹੀਂ ਰੋਕ ਸਕਦਾ। ਮੈਂ ਸੱਚਾ ਸਾਖ ਕਿਵੇਂ ਹੋਇਆ? ਜਦੋਂ ਅਸੀਂ ਪੜ੍ਹਦੇ ਹਾਂ ਨਾ, ਉਸਤਤ ਨਿੰਦਾ ਨਾਨਕ ਜੀ ਹੱਬ ਮਜਾਈ ਛੋੜਿਆ ਹੱਦ ਪਿਛਤੇ ਅੱਗੇ, ਹੱਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਟੰਡੇ ਲੱਗੀ। ਆਮ ਤੌਰ ਤੇ ਜਿਹੜਾ ਸ਼ਲੋਕ ਹੈ ਨਾ, ਇਹ ਆਨੰਦ ਕਾਰਜ ਦੇ ਸਮੇਂ ਅਸੀਂ ਸੁਣਦੇ ਹਾਂ, ਜਦੋਂ ਬੱਚੇ ਦਾ ਪੱਲਾ ਬੱਚੀ ਨੂੰ ਫੜਾਇਆ ਜਾਂਦਾ ਹੈ ਤੇ ਬੱਚੀ ਦੇ ਮੂੰਹੋਂ ਇਹ ਇੱਕ ਪ੍ਰਣ ਲਿਆ ਜਾਂਦਾ ਹੈ, ਨਾਲ ਨਾਲ ਇਹ ਤੁਕ ਗਾਈ ਜਾਂਦੀ ਹੈ, ਹੱਬੇ ਸਾਖ ਕੁੜਾਵੇ ਡਿਠੇ ਤੋ ਪੱਲੇ ਟੈਂਡੇ ਲਾਗੀ। ਮਾਨੋ ਬੱਚੀ ਗੁਰੂ ਸਾਹਮਣੇ ਪ੍ਰਣ ਕਰ ਰਹੀ ਹੈ ਕਿ ਮੈਂ ਸਾਰੇ ਰਿਸ਼ਤੇਦਾਰ ਝੂਠੇ ਸਮਝ ਲਏ ਨੇ, ਆ ਜਿਹੜਾ ਮੇਰਾ ਪਤੀ ਹੈ ਮੈਂ ਇਹਦੇ ਪੱਲੇ ਲੱਗ ਗਈ ਹਾਂ। ਇਹ ਪਤੀ ਮੈਂ ਤੇਰੇ ਪੱਲੇ ਲੱਗ ਗਈ ਹਾਂ, ਤੂੰ ਹੀ ਦੁਨੀਆ ਦਾ ਇੱਕ ਆਖਰੀ ਸੱਚਾ ਬਚਿਆ ਹੈ, ਹੋਰ ਕੋਈ ਸੱਚਾ ਨਹੀਂ ਦੁਨੀਆ ਤੇ। ਤੂੰ ਝੂਠਾ ਹੈ, ਤੂੰ ਬੇਈਮਾਨ ਹੈ, ਤੂੰ ਸ਼ਰਾਬੀ ਹੈ, ਤੂੰ ਜੁਆਰੀ ਹੈ, ਪਰ ਮੇਰਾ ਸੱਚਾ ਤੂੰ ਹੀ ਹੈ ਬਸ, ਬਾਕੀ ਸਾਰੇ ਝੂਠੇ ਨੇ। ਹੱਬੇ ਸਾਖ ਕੁੜਾਵੇ ਡਿਠੇ ਤੋਂ ਪੱਲੇ ਟੈਂਡੇ ਲੱਗੀ, ਸਾਰਿਆਂ ਨੂੰ ਝੂਠੀ ਸਮਝ ਕੇ ਮੈਂ ਤੈਨੂੰ ਸੱਚਾ ਮੰਨਿਆ, ਤੇਰੇ ਪੱਲੇ ਲੱਗ ਗਈ। ਹੁਣ ਜੇ ਕਹਿ ਰਹੀ ਹੈ ਵੀ ਸਾਰੇ ਝੂਠੇ ਨੇ, ਹੱਬੇ ਸਾਖ ਕੁੜਾਵੇ ਡਿਠੇ, ਫਿਰ ਅਗਲੇ ਦਿਨ ਮੁਕਲਾਵੇ ਤੇ ਕਿਉਂ ਜਾ ਰਹੀ ਹੈ? ਮਾਪਿਆਂ ਨੂੰ ਮਿਲਣ ਕਿਉਂ ਜਾ ਰਹੀ ਹੈ? ਗੁਰੂ ਦੇ ਹਜ਼ੂਰੀ ਤੇ ਉਹ ਵਾਅਦਾ ਕਰ ਚੁੱਕੇ ਨਾ ਵੀ ਹੱਬੇ ਸਾਖ ਕੁੜਾਵੇ ਡਿਠੇ। ਫਿਰ ਮਾਤਾ ਪਿਤਾ ਤੇ ਝੂਠੇ ਹੋ ਗਏ, ਫਿਰ ਕਿਉਂ ਜਾ ਰਹੀ ਮਾਤਾ ਪਿਤਾ ਦੇ ਕੋਲ? ਆਪਣੇ ਭੈਣਾਂ ਭਰਾਵਾਂ ਨੂੰ ਮਿਲਣ ਕਿਉਂ ਜਾ ਰਹੀ ਹੈ? ਉਹ ਤੇ ਖੱਬੇ ਸਾਖ ਕੁੜਾਵੇ ਨੇ ਨਾ। ਮੁਕਲਾਵੇ ਤੋਂ ਜਦੋਂ ਵਾਪਸ ਆਉਂਦੀ ਹੈ, ਫਿਰ ਸੱਸ ਸਹੁਰੇ ਦੀ ਸੇਵਾ ਕਿਉਂ ਕਰਦੀ ਹੈ? ਕਿਉਂਕਿ ਹੱਬੇ ਸਾਖ ਵਿੱਚ ਤੇ ਸੱਸ ਸਹੁਰਾ ਵੀ ਆ ਗਏ ਨਾ, ਨਨਾਣ ਦੇਵਰ ਜੇਠ ਦਰਾਣੀ ਜਠਾਣੀ ਸਾਰੇ ਆ ਗਏ, ਫਿਰ ਤੇ ਸਾਰੀ ਦੁਨੀਆ ਝੂਠੀ ਹੈ, ਬਸ ਤੂੰ ਹੀ ਸੱਚਾ ਹੈ। ਸਿੱਖ ਰਹਿਤ ਮਰਿਆਦਾ ਚ ਕਿਤੇ ਨਹੀਂ ਲਿਖਿਆ ਕਿ ਆਨੰਦ ਕਾਰਜ ਵੇਲੇ ਜਦੋਂ ਬੱਚੀ ਨੂੰ ਪੱਲਾ ਫੜਾਇਆ ਜਾਵੇ ਤੇ ਸ਼ਲੋਕ ਪੜੋ, ਕਿਤੇ ਨਹੀਂ ਲਿਖਿਆ। ਅਸੀਂ ਆਪਣੀ ਮਨਮਰਜ਼ੀ ਨਾਲ ਇਹ ਚੀਜ਼ਾਂ ਬਣਾ ਲਈਆਂ ਨੇ, ਤੇ ਉੱਥੇ ਇਹਨਾਂ ਤੁਕਾਂ ਦਾ ਅਰਥ ਵੀ ਨਹੀਂ ਹੈ, ਟੁਕਦਾ ਵੀ ਨਹੀਂ ਹੈ, ਤੁਕ ਹੀ ਨਹੀਂ ਬਣਦੀ ਨਾ ਅਰਥਾਂ ਦੀ। ਅਰਥ ਇਹ ਹੈ ਕਿ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਜਿੱਥੇ ਮੇਰੇ ਰਿਸ਼ਤੇਦਾਰ ਝੂਠੇ ਸਾਬਤ ਹੁੰਦੇ ਨੇ, ਉੱਥੇ हे ਪ੍ਰਭੂ हे ਗੁਰੂ ਤੂੰ ਹੀ ਸੱਚਾ ਸਾਥੀ ਹੈ ਮੇਰਾ। ਮੇਰੀ ਮਾਂ ਇੰਡੀਆ ਬੈਠੀ ਹੋਵੇ, ਮੈਂ ਇੰਗਲੈਂਡ ਬੈਠਾ ਹੋਵਾਂ, ਮੈਂ ਝੂਠ ਬੋਲਣ ਲੱਗਾ, ਮੇਰੀ ਮਾਂ ਮੈਨੂੰ ਰੋਕਣ ਨਹੀਂ ਆਏਗੀ, ਪੁੱਤਰ ਝੂਠ ਨਾ ਬੋਲ, ਉਹਨੂੰ ਤੇ ਵਿਚਾਰੀ ਨੂੰ ਪਤਾ ਹੀ ਨਹੀਂ ਹੈ। ਉੱਥੇ ਤੇ ਮੇਰਾ ਗੁਰੂ ਮੇਰਾ ਸੱਚਾ ਸਾਥੀ ਹੈ, ਆਵਾਜ਼ ਦੇ ਕੇ ਕਹੇਗਾ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਮੈਂ ਕਿਸੇ ਦੀ ਜੇਬ ਕੱਟਣ ਲੱਗਾ, ਮੇਰੇ ਪੁੱਤਰ ਨੇ ਰੋਕਣ ਨਹੀਂ ਆਣਾ, ਉਹ ਇੰਡੀਆ ਬੈਠਾ ਹੈ, ਮੈਂ ਅਮਰੀਕਾ ਬੈਠਾ ਹੋਵਾਂ, ਤੇ ਪੁੱਤਰ ਰੋਕਣ ਥੋੜੀ ਆਏਗਾ ਵੀ ਗਰੀਬ ਦੀ ਜੇਬ ਨਾ ਕੱਟ। ਉੱਥੇ ਮੇਰਾ ਗੁਰੂ ਸੱਚਾ ਸਾਕ ਹੈ, ਉਹ ਆਵਾਜ਼ ਦੇ ਕੇ ਕਹੇਗਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਮੈਂ ਚੋਰੀ ਕਰਨ ਲੱਗਾ, ਮੇਰੀ ਪਤਨੀ ਨੇ ਰੋਕਣ ਨਹੀਂ ਆਣਾ ਕਿ ਤੂੰ ਚੋਰੀ ਨਾ ਕਰ, ਉਹਨੂੰ ਪਤਾ ਹੀ ਨਹੀਂ। ਉੱਥੇ ਮੇਰਾ ਗੁਰੂ ਸੱਚਾ ਸਾਕ ਹੈ, ਉਹ ਆਵਾਜ਼ ਦੇ ਕੇ ਕਹੇਗਾ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਜਿੱਥੇ ਮਾਤਾ ਪਿਤਾ ਭੈਣ ਭਰਾ ਸਾਥ ਨਹੀਂ ਦਿੰਦੇ, ਉਸ ਜੀਵਨ ਸਫਰ ਦੇ ਵਿੱਚ ਉੱਥੇ ਰੱਬੀ ਨਾਮ ਸਾਥ ਦਿੰਦਾ ਹੈ, ਰੱਬ ਦੇ ਗੁਣ ਸਾਥ ਦਿੰਦੇ ਨੇ। ਝੂਠ ਬੋਲਣ ਲੱਗਾ, ਰੱਬ ਦਾ ਗੁਣ ਸਤਨਾਮ ਮੇਰੇ ਅੰਦਰ ਵਸਿਆ ਹੋਏਗਾ, ਸੱਚ ਮੇਰਾ ਸਾਥ ਦੇਗਾ, ਮੈਂ ਝੂਠ ਨਹੀਂ ਬੋਲਾਂਗਾ। ਕਿਸੇ ਤੇ ਮੈਂ ਹਿੰਸਾ ਕਰਨ ਲੱਗਾ, ਕ੍ਰੋਧ ਕਰਨ ਲੱਗਾ, ਉੱਥੇ ਪ੍ਰਭੂ ਦਾ ਪ੍ਰੇਮ ਨਾਮ, ਉੱਥੇ ਪ੍ਰਭੂ ਦਾ ਦਿਆਲੂ ਨਾਮ ਮੇਰੇ ਅੰਦਰ ਦਇਆ ਤਰਸ ਭਰ ਦੇਗਾ, ਮੈਂ ਕਿਸੇ ਤੇ ਜ਼ੁਲਮ ਨਹੀਂ ਕਰ ਸਕਾਂਗਾ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਇੱਥੇ ਮਰਨ ਤੋਂ ਬਾਅਦ ਦੀ ਗੱਲ ਨਹੀਂ ਹੈ ਵੀ ਮਰਨ ਤੋਂ ਬਾਅਦ, ਜਿਉਂਦੇ ਜੀ ਜ਼ਿੰਦਗੀ ਜਿਉਂਦਿਆਂ ਜਿਉਂਦਿਆਂ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਉੱਥੇ ਨਾਮ ਨੇ ਤੇਰਾ ਸਾਥ ਦੇਣਾ, ਰੱਬੀ ਨਾਮ ਨੇ, ਰੱਬੀ ਗੁਣਾ ਨੇ। ਨਾਮ ਕੀ? ਰੱਬ ਦੇ ਗੁਣ ਨੇ, ਸਤਨਾਮ ਨਿਰਭਉ ਨਿਰਵੈਰ ਗੁਣ ਨੇ।
ਉੱਥੇ ਇਹਨਾਂ ਨੇ ਸਾਥ ਦੇਣਾ ਹੈ, ਇਹਨਾਂ ਗੁਣਾਂ ਨੇ ਸਾਥ ਦੇਣਾ ਮੇਰਾ। ਜਿੱਥੇ ਇਸ ਜਗਤ ਦੇ ਵਿੱਚ ਮਾਪੇ ਹੇਤ ਨਾ ਪੁੱਜਨੀ, ਸਤਿਗੁਰ ਹੇਤ ਸੁਚੇਤ ਸੁਖਦਾਈ। ਜਿੱਥੇ ਮਾਤਾ ਪਿਤਾ ਸਾਥ ਨਹੀਂ ਦਿੰਦੇ, ਜਿੱਥੇ ਮਾਪੇ ਹੇਤ ਨਾ ਪੁੱਜਨੀ, ਉੱਥੇ ਕੀ ਹੈ? ਉੱਥੇ ਸਤਿਗੁਰ ਹੇਤ ਸੁਚੇਤ ਸੁਖਦਾਈ। ਉੱਥੇ ਗੁਰੂ ਸਾਥ ਦਿੰਦਾ ਹੈ, ਉੱਥੇ ਗੁਰੂ ਹਰ ਥਾਂ ਤੇ ਸਾਥ ਦਿੰਦਾ ਹੈ। ਔਰ ਇਹ ਜਿਹੜਾ ਅਸੀਂ ਪੜ੍ਹਦੇ ਹਾਂ ਭਾਈ ਗੁਰਦਾਸ ਜੀ ਦੀ ਤੁਕ ਹੈ, ਮਾਪੇ ਹੇਤ ਨਾ ਪੁੱਜਨੀ, ਸਤਿਗੁਰ ਹੇਤ ਸੁਚੇਤ ਸਹਾਈ। ਸਾਹ ਵਿਸ਼ਾ ਨਾ ਪੁੱਜਨੀ, ਸਤਿਗੁਰ ਸ਼ਾਹ ਅਥਾ ਸਮਾਈ। ਭਾਵ ਜਿੱਥੇ ਮੈਂ ਕਿਸੇ ਨੂੰ ਹਰ ਸਮੇਂ ਗਾਈਡ ਨਹੀਂ ਕਰ ਸਕਦਾ, ਜਿੱਥੇ ਕੋਈ ਹਰ ਸਮੇਂ ਮੈਨੂੰ ਗਾਈਡ ਨਹੀਂ ਕਰ ਸਕਦਾ, ਨਾ ਕੋਈ ਮੇਰਾ ਐਸਾ ਕੋਈ ਮੇਰਾ ਸੱਜਣ ਸਾਥੀ ਰਿਸ਼ਤੇਦਾਰ ਨਹੀਂ ਜਿਹੜਾ ਹਰ ਥਾਂ ਤੇ ਮੇਰੀ ਅਗਵਾਈ ਕਰ ਸਕੇ। ਹਾਂ ਕਿਸ ਕੇਰਾ, ਮੈਂ ਵੀ ਕਿਹੜਾ ਕਿਸੇ ਦਾ ਹਾਂ, ਮੈਂ ਵੀ ਹਰ ਥਾਂ ਤੇ ਕਿਸੇ ਦੀ ਅਗਵਾਈ ਨਹੀਂ ਕਰ ਸਕਦਾ। ਪਰ ਹਾਂ, ਹਰ ਬਿਨ ਰਹਿਣ ਨਾ ਜਾਏ, ਹਰੀ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ। ਉਹ ਤੇ ਹਰ ਥਾਂ ਤੇ ਮੇਰਾ ਸਹਾਈ ਹੈ। ਹਰ ਹੈ ਹੀ ਇਸ ਕਰਕੇ ਕਿਉਂਕਿ ਹਰ ਥਾਂ ਤੇ ਹੈ, ਹਰ ਥਾਂ ਤੇ ਹੈ, ਇਸ ਕਰਕੇ ਤੇ ਉਹ ਹਰ ਹੈ ਕਿਉਂਕਿ ਹਰ ਥਾਂ ਤੇ ਹੈ। ਜੋ ਹਰ ਥਾਂ ਤੇ ਹੈ, ਫਿਰ ਅਸੀਂ ਐਸਾ ਕੋਈ ਕੰਮ ਨਹੀਂ ਕਰਾਂਗੇ ਜਿਹੜਾ ਕੰਮ ਬੁਰਾ ਹੋਵੇ, ਮਾੜਾ ਹੋਵੇ, ਕਿਉਂਕਿ ਹਰੀ ਤੇ ਹਰ ਥਾਂ ਤੇ ਹੈ। ਹਰ ਹੈ ਹੀ ਇਸ ਕਰਕੇ ਕਿ ਹਰ ਥਾਂ ਤੇ ਹੈ। ਜੇ ਹਰ ਥਾਂ ਤੇ ਹੈ, ਅਸੀਂ ਐਸਾ ਕੰਮ ਨਹੀਂ ਕਰਾਂਗੇ ਜਿਹੜਾ ਗਲਤ ਹੋਵੇ। ਫਿਰ ਸਾਡਾ ਹਰ ਕੰਮ ਐਸਾ ਹੋਏਗਾ ਜਿਵੇਂ ਮੰਨੋ ਅਸੀਂ ਰੱਬ ਦੀ ਹਜ਼ੂਰੀ 'ਚ ਕੰਮ ਕਰ ਰਹੇ ਹਾਂ। ਜਿਵੇਂ ਗੁਰਦੁਆਰਾ ਸਾਹਿਬ ਕੋਈ ਇਨਸਾਨ ਸ਼ਰਾਬ ਪੀ ਕੇ ਨਹੀਂ ਆ ਸਕਦਾ। ਅਸੀਂ ਮੰਨ ਲਿਆ ਨਾ ਵੀ ਗੁਰਦੁਆਰਾ ਰੱਬ ਦਾ ਸਥਾਨ ਹੈ, ਵੀ ਉੱਥੇ ਕੋਈ ਸ਼ਰਾਬ ਪੀ ਕੇ ਨਹੀਂ ਆਏਗਾ। ਹੁਣ ਜਿਹੜਾ ਸੱਚਮੁੱਚ ਹਰ ਨੂੰ ਮੰਨੇਗਾ ਨਾ ਵੀ ਹਰ ਥਾਂ ਤੇ ਹੈ, ਉਹ ਤੇ ਗੁਰਦੁਆਰੇ ਤੋਂ ਬਾਹਰ ਆ ਕੇ ਵੀ ਸ਼ਰਾਬ ਨਹੀਂ ਪੀਏਗਾ, ਉੱਥੇ ਆਪਣੇ ਘਰ 'ਚ ਵੀ ਸ਼ਰਾਬ ਨਹੀਂ ਪੀਏਗਾ, ਆਪਣੀ ਦੁਕਾਨ ਤੇ ਆਪਣੇ ਕੰਮ ਕਾਰ ਤੇ ਵੀ ਸ਼ਰਾਬ ਨਹੀਂ ਪੀਏਗਾ, ਕਿਉਂਕਿ ਹਰ ਥਾਂ ਤੇ ਉਹ ਹੈ। ਕਿਹੜੀ ਥਾਂ ਜਿਹੜੀ ਉਹਦੇ ਤੋਂ ਬਿਨਾਂ ਨਹੀਂ? ਜਿਹੜਾ ਹਰ ਥਾਂ ਤੇ ਹੈ ਉਹ ਸਮਝ ਲਏਗਾ ਹਰ ਨੂੰ ਕਿ ਹਰ ਥਾਂ ਤੇ ਹੈ, ਉਹ ਫਿਰ ਕਿਤੇ ਵੀ ਸ਼ਰਾਬ ਨਹੀਂ ਪੀਏਗਾ। ਉਹ ਹਰ ਥਾਂ ਤੇ ਰੱਬ ਦੀ ਹਜ਼ੂਰੀ ਮੰਨੇਗਾ ਕਿ ਮੈਂ ਰੱਬ ਦੀ ਹਜ਼ੂਰੀ ਵਿੱਚ ਹਾਂ, ਉਹ ਗਲਤ ਕੰਮ ਨਹੀਂ ਕਰੇਗਾ। ਹਰ ਥਾਂ ਤੇ ਹੈ, ਫਿਰ ਉਹ ਹਰ ਕਿਸੇ ਦਾ ਹੈ। ਇਹ ਨਹੀਂ ਵੀ ਹਰੀ ਸਿਰਫ ਮੇਰਾ ਹੈ, ਹੋਰ ਕਿਸੇ ਦਾ ਨਹੀਂ ਹੈ। ਦੂਜੇ ਮਤ ਦਾ ਰੱਬ ਨੂੰ ਨਹੀਂ ਮੰਨ ਸਕਦਾ। ਮੁਸਲਮਾਨ ਦੇ ਲਈ ਹਰੀ ਨਹੀਂ ਹੈ, ਈਸਾਈ ਲਈ ਹਰੀ ਨਹੀਂ ਹੈ, ਨਾਸਤਿਕ ਲਈ ਹਰੀ ਨਹੀਂ ਹੈ। ਹਰ ਤੇ ਸਾਰਿਆਂ ਲਈ ਹੈ। ਹਰ ਕਿਸੇ ਪਿਓ ਦਾ ਥੋੜੇ ਹੈ। ਆਪਨ ਬਾਪੇ ਨਾ ਹੀ ਕਿਸੇ ਕੋ, ਭਾਵਨ ਕੋ ਹਰ ਰਾਜਾ। ਉਹ ਕਿਸੇ ਪਿਓ ਦਾ ਨਹੀਂ, ਸਾਰਿਆਂ ਦਾ ਸਾਂਝਾ ਹੈ। ਫਿਰ ਹਰ ਇਸ ਕਰਕੇ ਵੀ ਹੈ ਕਿਉਂਕਿ ਹਰ ਇੱਕ ਲਈ ਹੈ। ਸਿਰਫ ਗ੍ਰੰਥੀਆਂ ਭਾਈਆਂ ਵਾਸਤੇ ਥੋੜੇ ਵੀ ਸਾਡੇ ਲਈ ਹੈ ਹਰ, ਵੀ ਅਸੀਂ ਧਾਰਮਿਕ ਕਰਮ ਕਰਦੇ ਹਾਂ, ਰਾਗੀ ਭਾਈ ਗ੍ਰੰਥੀ ਸਾਡਾ ਕੰਮ ਹੈ ਜੀ, ਸਾਨੂੰ ਤਨਖਾਹ ਮਿਲਦੀ ਹੈ, ਹਰੀ ਸਾਡੇ ਗੁਰਦੁਆਰੇ ਜਾ ਕੇ ਭਾਈਆਂ ਨੂੰ ਅਰਦਾਸ ਕਰਾ ਦਿਓ 50 ਰੁਪਏ ਦੀ, 100 ਰੁਪਏ ਦੀ, ਤੇ ਉਹ ਹਰੀ ਹਰੀ ਸਾਡੀ ਥਾਂ ਕਰੀ ਜਾਣਗੇ। ਭਾਈਆਂ ਤੋਂ ਪਾਠ ਕਰਾ ਲਓ। ਅਸੀਂ ਦੁਕਾਨ ਤੇ ਗਰੀਬ ਦੀ ਜੇਬ ਕੱਟੀ ਜਾਈਏ, ਅਸੀਂ ਸ਼ਰਾਬਾਂ ਪੀਵੀ ਜਾਈਏ, ਅਸੀਂ ਜੂਏ ਖੇਡੀ ਜਾਈਏ, ਅਸੀਂ ਸਾਰੇ ਪਾਪ ਕਰੀ ਜਾਈਏ। ਨਹੀਂ, ਉਹ ਹਰ ਇੱਕ ਲਈ ਹੈ, ਸਿਰਫ ਭਾਈਆਂ ਵਾਸਤੇ ਥੋੜੀ ਹੈ, ਤੁਹਾਡੇ ਵਾਸਤੇ ਵੀ ਹੈ ਉਹ। ਤੁਸੀਂ ਵੀ ਉਸ ਰੱਬ ਨਾਲ ਜੁੜੋ, ਤੁਸੀਂ ਵੀ ਉਸ ਰੱਬ ਦੇ ਗੁਣਾਂ ਨਾਲ ਜੁੜੋ। ਸ਼ਰਾਬਾਂ ਛੱਡੋ, ਜੂਏ ਛੱਡੋ, ਬੇਈਮਾਨੀਆਂ ਕਰਨੀਆਂ ਛੱਡੋ, ਬੇਗਾਨੇ ਹੱਕ ਖਾਣੇ ਛੱਡੋ, ਜਾਤ ਪਾਤ ਨੂੰ ਛੱਡੋ, ਵਿਤਕਰੇ ਨੂੰ ਤਿਆਗ ਦਿਓ। ਹਰ ਥਾਂ ਤੇ ਬੈਠੇ ਰੱਬ ਨੂੰ ਦੇਖ ਲਓ। ਰੱਬ ਤੁਹਾਡੇ ਲਈ ਵੀ ਹੈ, ਹਰ ਇੱਕ ਲਈ ਹੈ, ਉਹ ਸਾਰਿਆਂ ਦਾ ਹੀ ਹੈ। ਹਰ ਹੈ ਹੀ ਇਸ ਕਰਕੇ, ਦੇਖੋ ਕਿੰਨਾ ਪਿਆਰਾ ਸ਼ਬਦ ਹੈ ਹਰ। ਹਰ ਬਿਨ ਰਹਿਣ ਨਾ ਜਾਏ, ਹਰ ਬਿਨਾਂ ਮੈਂ ਰਹਿ ਹੀ ਨਹੀਂ ਸਕਦਾ। ਕਿਉਂ? ਕਿਉਂਕਿ ਉਹ ਹਰ ਥਾਂ ਤੇ ਹੈ, ਹਰ ਇੱਕ ਲਈ ਹੈ, ਹਰ ਇੱਕ ਦਾ ਹੈ। ਚੌਥਾ, ਉਹ ਹਰ ਸਮੇਂ ਹੈ, ਹਰ ਸਮੇਂ ਹੈ। ਇਹ ਨਹੀਂ ਵੀ ਸਵੇਰੇ ਆ ਜਾਂਦਾ ਤੇ ਸ਼ਾਮ ਨੂੰ ਮੇਰੇ ਕੋਲੋਂ ਚਲਾ ਜਾਂਦਾ ਹੈ। ਇਹ ਨਹੀਂ ਕਿ ਮੈਂ ਇੰਡੀਆ ਆਵਾਂ ਤੇ ਮੇਰੇ ਨਾਲ ਹੁੰਦਾ, ਮੈਂ ਇੰਗਲੈਂਡ ਚਲਾ ਜਾਵਾਂ ਮੇਰੇ ਨਾਲ ਨਹੀਂ ਹੁੰਦਾ। ਹਰ ਸਮੇਂ 24 ਘੰਟੇ ਸਵਾਸ ਸਵਾਸ ਮੇਰੇ ਨਾਲ ਹੈ। ਤੇ ਪੰਜਵਾਂ, ਉਹ ਹਰਿਆ ਭਰਿਆ ਕਰਨ ਵਾਲਾ ਹੈ, ਉਹ ਖੇੜੇ ਵਿੱਚ ਲੈ ਆਂਦਾ ਹੈ। ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਉਸ ਹਰੀ ਨਾਲ ਜੁੜ ਕੇ ਹਰੇ ਭਰੇ ਹੋ ਜਾਈਦਾ ਹੈ। ਜਿਹੜਾ ਹਰੀ ਨਾਲ ਜੁੜ ਜਾਂਦਾ ਹੈ, ਹਰ ਨਾਲ ਜੁੜ ਕੇ ਉਹਦੀ ਜ਼ਿੰਦਗੀ 'ਚ ਬਸੰਤ ਆ ਜਾਂਦੀ ਹੈ, ਬਹਾਰ ਆ ਜਾਂਦੀ ਹੈ, ਖੁਸ਼ੀਆਂ ਖੇੜੇ ਆ ਜਾਂਦੇ ਨੇ। ਉਹਦਾ ਜੀਵਨ ਖੇੜੇ ਵਿੱਚ ਆ ਜਾਂਦਾ ਹੈ, ਖੁਸ਼ੀਆਂ ਨਾਲ ਭਰ ਜਾਂਦਾ ਹੈ, ਹਰਿਆ ਭਰਿਆ ਹੋ ਜਾਂਦਾ ਹੈ। ਜਦੋਂ ਸਮਝ ਲੱਗ ਜਾਏਗੀ ਨਾ, ਉਹ ਹਰ ਹੈ, ਹਰ ਥਾਂ ਤੇ ਹੈ, ਹਰ ਇੱਕ ਲਈ ਹੈ, ਹਰ ਕਿਸੇ ਦਾ ਹੈ, ਹਰ ਸਮੇਂ ਹੈ, ਹਰਿਆ ਭਰਿਆ ਕਰਨ ਵਾਲਾ ਹੈ, ਫਿਰ ਉਹਦੇ ਤੋਂ ਬਿਨਾਂ ਜੀਵਨ ਚੱਲੇਗਾ ਨਹੀਂ। ਫਿਰ ਉਹੀ ਮੇਰਾ ਸਾਰਾ ਕੁਝ ਹੋਏਗਾ। ਇਸ ਕਰਕੇ ਮੈਂ ਉਸ ਹਰੀ ਨਾਲ ਜੁੜਦਾ ਵਾਂ ਕਿਉਂਕਿ ਹਰ ਥਾਂ ਤੇ ਹੈ ਉਹ।
ਹੋਰ ਕੋਈ ਹਰ ਥਾਂ ਤੇ ਮੇਰੇ ਨਾਲ ਨਹੀਂ ਹੈ, ਹਰ ਸਮੇਂ ਕੋਈ ਮੇਰੇ ਨਾਲ ਨਹੀਂ ਹੈ। ਇੱਕ ਪ੍ਰਭੂ ਜਿਹੜਾ ਹਰ ਸਮੇਂ ਵੀ ਮੇਰੇ ਨਾਲ ਹੈ ਤੇ ਹਰ ਥਾਂ ਵੀ ਮੇਰੇ ਨਾਲ ਹੈ। ਨਾ ਕੋਈ ਮੇਰਾ ਹੋਂ ਕਿਸ ਕੇਰਾ, ਹਰ ਬਿਨ ਰਹਿਣ ਨਾ ਜਾਏ, ਹਰੀ ਤੋਂ ਬਿਨਾਂ ਰਿਹਾ ਹੀ ਨਹੀਂ ਜਾ ਸਕਦਾ। ਓਟ ਗਹੀ ਹਰ ਚਰਨ ਨਿਵਾਸੇ, ਭਏ ਪਵਿੱਤਰ ਸਰੀਰਾ। ਓਟ ਗਹੀ, ਹੁਣ ਹਰੀ ਦਾ ਆਸਰਾ ਲੈ ਲਿਆ। ਜਿਸ ਮਨੁੱਖ ਨੇ ਹਰੀ ਦਾ ਆਸਰਾ ਲੈ ਲਿਆ, ਉਹਦੀ ਜ਼ਿੰਦਗੀ 'ਚ ਕੀ ਤਬਦੀਲੀ ਆਈ? ਹਰ ਚਰਨ ਨਿਵਾਸੇ, ਹਰੀ ਦੇ ਚਰਨ ਉਹਦੇ ਹਿਰਦੇ ਵਿੱਚ ਵਸ ਪਏ। ਜਦੋਂ ਹਰੀ ਦੇ ਚਰਨ ਹਿਰਦੇ 'ਚ ਵਸ ਗਏ, ਫਿਰ ਜਿਸ ਹਿਰਦੇ 'ਚ ਵਸੇ, ਜਿਸ ਸਰੀਰ ਵਿੱਚ ਆਏ, ਉਹ ਸਰੀਰ ਵੀ ਪਵਿੱਤਰ ਹੋ ਗਿਆ। ਭਏ ਪਵਿੱਤਰ ਸਰੀਰਾ। ਹਰੀ ਦੇ ਚਰਨ ਕਿਵੇਂ ਵਸ ਗਏ? ਤੇ ਕੀ ਹਰੀ ਦੇ ਚਰਨ ਵਸਣ ਦਾ ਮਤਲਬ ਇਹ ਹੈ ਕਿ ਰੱਬ ਨੇ ਸਿਰਫ ਆਪਣੇ ਚਰਨ ਭੇਜ ਦਿੱਤੇ ਵੀ ਇਹ ਵਸਾ ਲੈ, ਆਪ ਰੱਬ ਆਇਆ ਕੋਈ ਨਹੀਂ। ਇੱਕ ਨਿਮਰਤਾ ਦਾ ਸੂਚਕ ਹੈ ਚਰਨ ਵਸਣਾ। ਜਿਵੇਂ ਅਸੀਂ ਆਪਣੇ ਮਿੱਤਰ ਨੂੰ ਕਹਿੰਦੇ ਆ ਕਿ ਸਾਡੇ ਘਰੇ ਕਦੀ ਚਰਨ ਪਾਇਓ, ਉਹਦਾ ਮਤਲਬ ਇਹ ਥੋੜੀ ਹੈ ਵੀ ਤੂੰ ਨਾ ਹੀ ਆਪਣੇ ਇਕੱਲੇ ਪੈਰ ਭੇਜ ਦੇਈਂ ਬਸ। ਨਹੀਂ, ਇਹ ਨਿਮਰਤਾ ਦਾ ਸੂਚਕ ਹੈ ਕਿ ਤੇਰੇ ਸਰੀਰ ਦਾ ਸਭ ਤੋਂ ਨੀਵਾਂ ਅੰਗ ਜਿਹੜਾ ਤੇਰਾ ਪੈਰ ਹੈ ਨਾ, ਉਹ ਵੀ ਮੇਰੇ ਲਈ ਪਵਿੱਤਰ ਚਰਨ ਹੈ, ਪੂਜਨੀਕ ਹੈ ਮੇਰੇ ਲਈ। ਜੇ ਤੇਰਾ ਸਰੀਰ ਦਾ ਸਭ ਤੋਂ ਨੀਵਾਂ ਅੰਗ ਪੈਰ ਵੀ ਮੇਰੇ ਘਰ ਪੈ ਜਾਂਦੇ ਨੇ, ਤੇ ਮੈਂ ਖੁਸ਼ੀ ਤੇ ਮਾਣ ਮਹਿਸੂਸ ਕਰਾਂਗਾ, ਖੁਸ਼ੀ ਮਹਿਸੂਸ ਕਰਾਂਗਾ। ਤੇ ਮੈਨੂੰ ਇਹ ਵੀ ਪਤਾ ਹੈ ਜਿੱਥੇ ਤੇਰੇ ਪੈਰ ਪੈ ਜਾਣ ਉੱਥੇ ਤੂੰ ਆਪ ਆ ਜਾਣਾ ਹੈ। ਹਰੀ ਦੇ ਚਰਨ ਹਿਰਦੇ 'ਚ ਵਸਣ ਦਾ ਭਾਵ ਹਰੀ ਹਿਰਦੇ 'ਚ ਵਸ ਜਾਣਾ, ਹਰੀ ਦਾ ਹਿਰਦੇ 'ਚ ਆ ਜਾਣਾ। ਜਿਹਨੇ ਪ੍ਰਭੂ ਦਾ ਆਸਰਾ ਲੈ ਲਿਆ, ਹਰੀ ਉਹਦੇ ਅੰਦਰ ਵਸ ਗਿਆ। ਵਸਿਆ ਤੇ ਪਹਿਲਾਂ ਹੀ ਹੈ, ਪਰ ਪ੍ਰਗਟ ਹੋ ਗਿਆ ਉਹਦੇ ਅੰਦਰੋਂ। ਜਿਸ ਜੀਵ ਨੇ ਪ੍ਰਭੂ ਦਾ ਆਸਰਾ ਲਿਆ, ਪ੍ਰਭੂ ਉਹਦੇ ਅੰਦਰ ਵਸ ਗਿਆ ਤੇ ਅੰਦਰ ਵਸਿਆ ਪ੍ਰਗਟ ਹੋ ਗਿਆ। ਉਹਦੀਆਂ ਅੱਖਾਂ 'ਚੋਂ ਰੱਬ ਪ੍ਰਗਟ ਹੋ ਗਿਆ, ਉਹਦੇ ਕੰਨਾਂ 'ਚੋਂ ਰੱਬ ਪ੍ਰਗਟ ਹੋ ਗਿਆ, ਉਹਦੀ ਬੋਲ ਬਾਣੀ 'ਚੋਂ ਰੱਬ ਪ੍ਰਗਟ ਹੋ ਗਿਆ, ਉਹਦੀ ਸੋਚ ਵਿੱਚੋਂ ਰੱਬ ਪ੍ਰਗਟ ਹੋ ਗਿਆ, ਉਹਦੇ ਵਿਹਾਰ ਵਿੱਚੋਂ ਰੱਬ ਪ੍ਰਗਟ ਹੋ ਗਿਆ। ਤੇ ਸਰੀਰ ਪਵਿੱਤਰ ਹੋ ਗਿਆ ਨਾ। ਜਿਹਦੀ ਅੱਖਾਂ 'ਚੋਂ ਰੱਬ ਪ੍ਰਗਟ ਹੋਇਆ, ਉਹ ਸਾਰਿਆਂ ਦੇ ਵਿੱਚੋਂ ਰੱਬ ਦੇਖਦੇ ਨੇ। ਜਿਹਦੇ ਕੰਨਾਂ 'ਚੋਂ ਰੱਬ ਪ੍ਰਗਟ ਹੋ ਗਿਆ, ਉਹਦੇ ਕੰਨ ਸੱਚ ਸੁਣਦੇ ਨੇ। ਜਿਹਦੀ ਜ਼ੁਬਾਨ 'ਚੋਂ ਰੱਬ ਪ੍ਰਗਟ ਹੋ ਗਿਆ, ਉਹਦੀ ਜ਼ੁਬਾਨ ਸਿਫਤ ਸਲਾਹ ਕਰਦੀ ਹੈ। ਜਿਹਦੇ ਹੱਥਾਂ 'ਚ ਰੱਬ ਪ੍ਰਗਟ ਹੋ ਗਿਆ, ਉਹਦੇ ਹੱਥ ਕਿਸੇ ਦੀ ਸੇਵਾ ਕਰਦੇ ਨੇ। ਜਿਹਦੇ ਪੈਰਾਂ 'ਚ ਰੱਬ ਪ੍ਰਗਟ ਹੋਇਆ, ਉਹ ਚੰਗੇ ਪਾਸੇ ਜਾਂਦਾ ਹੈ। ਜਿਹਦੀ ਸੋਚ ਵਿੱਚ ਰੱਬ ਪ੍ਰਗਟ ਹੋ ਗਿਆ, ਉਹਦੀ ਸੋਚ ਸਰਬਤ ਦੇ ਭਲੇ ਵਾਲੀ ਹੋ ਜਾਂਦੀ ਹੈ। ਜਿਹਦੇ ਵਿਹਾਰ ਵਿੱਚ ਰੱਬ ਪ੍ਰਗਟ ਹੋ ਗਿਆ, ਉਹਦਾ ਵਿਹਾਰ ਸਾਰਿਆਂ ਨਾਲ ਵਧੀਆ ਹੋ ਜਾਂਦਾ ਹੈ। ਜਿਹਦੇ ਬੋਲਾਂ ਵਿੱਚ ਰੱਬ ਪ੍ਰਗਟ ਹੋ ਜਾਂਦਾ ਹੈ, ਉਹਦੇ ਬੋਲ ਮਿੱਠੇ ਹੋ ਜਾਂਦੇ ਨੇ, ਨਿਮਰਤਾ ਭਰਪੂਰ ਸ਼ਬਦ ਆ ਜਾਂਦੇ ਨੇ। ਸਰੀਰ ਪਵਿੱਤਰ ਹੋ ਗਿਆ ਨਾ। ਅੰਤਰ ਗੁਰ ਅਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਉਹਦਾ ਜੀਵਨ ਕਿਸ ਤਰ੍ਹਾਂ ਦਾ ਹੋ ਗਿਆ? ਉਹਦੇ ਮਨ ਦੀ ਸੋਚ ਰੱਬ ਵਾਲੀ ਹੋ ਗਈ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ। ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ। ਚਰਨ ਚਲੋ ਮਾਰੋ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ। ਕਰ ਹਰ ਕਰਮ ਸ਼ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮਥਾ। ਉਹਦੇ ਤੇ ਪੂਰੇ ਜੀਵਨ ਦੇ ਵਿੱਚੋਂ ਰੱਬ ਪ੍ਰਗਟ ਹੋ ਗਿਆ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਹੁਣ ਜਦੋਂ ਸਰੀਰ ਪਵਿੱਤਰ ਹੋ ਗਿਆ, ਸਰੀਰ ਭਾਵ ਸਫਲ ਹੋ ਗਿਆ, ਹੁਣ ਉਹਦਾ ਦੁਨੀਆ ਤੇ ਆਉਣਾ ਸਫਲ ਹੈ। ਉਹਦੇ ਸਰੀਰ ਦਾ ਸੰਸਾਰ ਤੇ ਆਉਣਾ ਸਫਲ ਹੈ, ਫਲ ਦੇ ਰਿਹਾ ਹੈ, ਭਲਾ ਕਰ ਰਿਹਾ ਸਮਾਜ ਦਾ, ਆਪਣਾ ਵੀ ਭਲਾ ਕਰ ਰਿਹਾ, ਦੂਜੇ ਦਾ ਵੀ ਕਰ ਰਿਹਾ। ਨਾਨਕ ਇੱਥੇ ਸੰਬੋਧਨ ਹੈ, ਰੁਕਣਾ ਹੈ। ਹੇ ਨਾਨਕ, ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਉਹ ਮਨੁੱਖ ਦੀਰਘ ਦ੍ਰਿਸ਼ਟ, ਲੰਮੇ ਜਿਗਰੇ ਵਾਲਾ ਜਾਂ ਲੰਮੀ ਦ੍ਰਿਸ਼ਟੀ ਵਾਲਾ ਹੋ ਜਾਂਦਾ ਹੈ, ਲੰਮੀ ਨਜ਼ਰ ਵਾਲਾ ਹੋ ਜਾਂਦਾ ਹੈ, ਦੂਰ ਦ੍ਰਿਸ਼ਟਾ ਹੋ ਜਾਂਦਾ ਹੈ ਤੇ ਆਤਮਿਕ ਅਨੰਤ ਮਾਣਦਾ ਹੈ। ਗੁਰੂ ਦੇ ਸ਼ਬਦ ਰਾਹੀਂ ਉਹਦਾ ਮਨ ਧੀਰਜ ਵਿੱਚ ਆ ਜਾਂਦਾ ਹੈ। ਨਾਨਕ ਦ੍ਰਿਸ਼ਟ ਦੀਰਘ, ਉਹਦੀ ਦ੍ਰਿਸ਼ਟੀ ਦੀਰਘ ਹੈ, ਉਹ ਦੂਰ ਦੀ ਸੋਚ ਕੇ ਫੈਸਲੇ ਲੈਂਦਾ ਹੈ। ਉਹ ਕਾਹਲੀ ਨਹੀਂ ਹੁਣ ਕਰਦਾ, ਜ਼ਿੰਦਗੀ ਵਿੱਚ ਕਾਹਲੀ ਵਿੱਚ ਜ਼ਿੰਦਗੀ ਨਹੀਂ ਜਿਉਂਦਾ। ਉਹਦੀ ਲੰਮੀ ਨਜ਼ਰ ਹੈ, ਦੂਰ ਦੇ ਸੋਚ ਕੇ ਫੈਸਲੇ ਲੈਂਦਾ ਹੈ। ਦੋ ਤਰੀਕੇ ਨੇ ਸ਼ਾਪਿੰਗ ਕਰਨ ਦੇ। ਇੱਕ ਤਰੀਕਾ ਹੈ ਟੀਵੀ ਵਿੱਚ ਐਡਵਰਟਾਈਜ਼ਮੈਂਟ ਆਈ, ਐਡ ਦੇਖੀ, ਚਮਕ ਦਮਕ ਦੇਖੀ, ਘਰੋਂ ਬਾਹਰ ਨਿਕਲੇ, ਵੱਡੇ ਸਾਰੇ ਹੋਰਡਿੰਗ ਬੋਰਡ ਦੇ ਉੱਪਰ ਐਡ ਲੱਗੀ ਹੋਈ ਸੀ। ਉਹੀ ਨਾ ਲਾਈਟਾਂ ਜਲ ਰਹੀਆਂ ਸਨ,
जग रही सन, बंद हो रही सन, चमक रही सन। मन प्रभावित होया, जा के चीज खरीद लियांदी, खरीद के घर लैके आया, हुण परखदा ते खराब निकली, हुण पछतांदा पिया। दूजा तरीका यह है शॉपिंग करने का, पहला चीज नूं परखिया, समझिया, जांचिया, पड़तालिया, ठीक है, मेरे काम दी है, फिर खरीद के लैके आएगा, फिर पछताना नहीं पएगा। इनू कहते दूरदृष्टा होना। सुन मुंदे हरणाखीए, मुंदे मैंने जवान स्त्री ते हरणाखी मैंने हिरण दिया अखां वाली, उथों हरणाखी शब्द बनिया। हरणाखश राजे का पुत्र सी, शहजादा सी, कदी कोई वो सिंगा वाला आदमी नहीं सी, वो राजकुमार सी। वो ते राजकुमार भी खूबसूरत सी, हरण वर्गिया अखां सन ओदियां, ताई ओदा नाम हरणाकश रखिया सी। हरण प्लस अक्ष, हिरण दी अखां वाला। खूबसूरत होएगा, पर ਉਹਦੇ ਕੰਮ ਰਾਖਸ਼ਾਂ ਵਾਲੇ ਸਨ, ਕੰਮ ਦੈਂਤਾਂ ਵਾਲੇ ਸਨ, ਉਹਦੇ ਕੰਮ ਚੰਗੇ ਨਹੀਂ ਸਨ। ਇਸ ਕਰਕੇ ਸੁੰਦਰ ਹੋਣਾ ਸਭ ਕੁਝ ਨਹੀਂ ਹੁੰਦਾ, ਸੀਰਤ ਵੀ ਚੰਗੀ ਹੋਣੀ ਚਾਹੀਦੀ ਹੈ। ਸਾਰੇ खूबसूरत लोग अच्छे नहीं हुंदे, पर सारे अच्छे लोग बहुत खूबसूरत लगते ने। दादी मां अच्छी होवे ना, ਉਹਦੇ ਚਿਹਰੇ ਦੀਆਂ ਝੁਰੜੀਆਂ ਵੀ ਬੜੀਆਂ ਸੋਹਣੀਆਂ ਲੱਗਦੀਆਂ ਨੇ। ਸੁਣ ਮੁੰਦੇ ਹਰਨਾਖੀਏ, ਇਹ ਹਿਰਨ ਦੀਆਂ ਅੱਖਾਂ ਵਾਲੀ ਇਸਤਰੀ। हिरन नूं इहदियां अखां ने मौत दे तक पहुंचाया सी, अखां ने गलत इन्फॉर्मेशन दित्ती सी हिरन नूं, अखां ने ही गलत जानकारी दित्ती सी भी सामने सरोवर है, उत्थों जाके पानी पी लै। वो सी तपदी हुई रेत। जदों सूरज दी किरणां रेत उपर पैंदियां ने, चमकदी रेत 1-2 इंच पहला ही धुप नूं वापस कर दिंदी है, ते उहदे थल्ले जिहड़ा हनेरा आ जांदा है, वो लगदा जिवें पानी झलक रिहा होवे। इस करके हिरण दी अखां वाली स्त्री, इन्हां अखां ते बहुता मान ना करी, कई बारी मौत दे मूंह च पहुंचा दिंदियां ने, धोखा दे दिंदियां ने। सुन मुंदे हरणाखीए, गूढ़ा वैण अपार। इस करके पहला वस्त सिंजाण कै तां खिचे वपार। परख लई, दूरदृष्टा हो जाई। ਜਿਹੜੇ ਲੋਕ ਜ਼ਿੰਦਗੀ 'ਚ ਕਾਹਲੀ ਨਾਲ ਫੈਸਲੇ ਲੈਂਦੇ ਨੇ ਨਾ, ਉਹ ਧੋਖਾ ਖਾਂਦੇ ਨੇ। ਪਰ ਜਿਹੜੇ ਲੋਕ ਸੋਚ ਕੇ ਫੈਸਲਾ ਲੈਂਦੇ ਨੇ, ਉਹਨਾਂ ਦੇ ਬੱਚੇ ਉਹਨਾਂ ਨੂੰ ਦੇਖਦੇ ਨੇ, ਬੱਚੇ ਵੀ ਸੋਚ ਕੇ ਫੈਸਲਾ ਲੈਂਦੇ ਨੇ। ਉਹ ਵੀ ਚਿੱਟੇ ਰੰਗ ਪਿੱਛੇ ਤੁਰ ਕੇ ਧੋਖਾ ਨਹੀਂ ਖਾਂਦੇ, ਉਹ ਗੁਣਾਂ ਦੀ ਪਰਖ ਕਰ ਲੈਂਦੇ ਨੇ। ਦੇ ਲੰਮੀ ਨਜ਼ਰ ਨਿਹਾਲੀ ਹੈ, ਸਿੱਖ ਦੀ ਨਜ਼ਰ ਲੰਮੀ ਹੋਵੇ, ਦੀਰਘ ਦ੍ਰਿਸ਼ਟੀ ਹੋਵੇ, ਦੂਰ ਦੀ ਸੋਚ ਕੇ ਫੈਸਲੇ ਲੈਂਦਾ ਹੋਵੇ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਜਿਹੜਾ ਦੂਰ ਦੀ ਸੋਚ ਕੇ ਫੈਸਲਾ ਲਏਗਾ, दूर दी सोच के अंजाम सोच के कर्म करेगा, कि जिन्नी कमी नाहे गुण ते कमड़े विसार। मत शर्मिंदा थी नहीं साईं दे दरबार, मैं वो काम ना करा रब दे घर मैनूं शर्मिंदा होना पवे। ਜਿਹੜੇ ਦੂਰ ਦੀ ਸੋਚ ਕੇ ਫੈਸਲੇ ਲੈਂਦੇ ਨੇ, ਉਹ ਫਿਰ ਸੁਖੀ ਰਹਿੰਦੇ ਨੇ। ਨਾਨਕ ਦ੍ਰਿਸ਼ਟ ਦੀਰਘ ਸੁਖ ਪਾਵੇ, ਗੁਰ ਸ਼ਬਦੀ ਮਨ ਧੀਰਾ। ਗੁਰੂ ਦੇ ਸ਼ਬਦ ਨਾਲ ਮਨ ਵਿੱਚ ਧੀਰਜ ਆ ਜਾਂਦਾ ਹੈ, ਟਿਕਾ ਆ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਇਹ ਜਿਹੜਾ ਸ਼ਬਦ ਹੈ, ਇਹਦੇ ਗੁਣ ਸਾਡੀ ਜ਼ਿੰਦਗੀ ਵਿੱਚ ਵੀ ਵਸ ਜਾਣ। ਸਾਡੇ ਮਨ, ਸਾਡੇ ਤਨ ਦੇ ਵਿੱਚ ਪ੍ਰਭੂ ਇੱਕ ਰਸ ਵਸ ਜਾਏ, ਬਸ ਉਹੀ ਆਪਣਾ ਹੈ, ਉਹਦੇ ਤੋਂ ਬਿਨਾਂ ਸਾਡਾ ਜੀਵਨ ਨਹੀਂ ਹੈ। ਔਰ ਜਦੋਂ ਉਹ ਪ੍ਰੀਤਮ ਆ ਕੇ ਵਸ ਜਾਂਦਾ ਹੈ, ਫਿਰ ਹਰ ਥਾਂ ਤੇ, ਹਰ ਸਮੇਂ ਸਾਡਾ ਉਹ ਸਹਾਇਕ ਹੋ ਜਾਂਦਾ ਹੈ। ਅਸੀਂ ਦੂਰ ਦੀ ਸੋਚ ਕੇ ਜਦੋਂ ਗੁਰੂ ਸ਼ਬਦ ਨਾਲ ਜੁੜ ਕੇ ਜ਼ਿੰਦਗੀ ਦੇ ਫੈਸਲੇ ਲੈਂਦੇ ਹਾਂ, ਤੇ ਜੀਵਨ ਸਫਲ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਰਿਆਂ ਨੂੰ ਹੀ ਗੁਰਬਾਣੀ ਦਾ ਗਿਆਨ ਬਖਸ਼ਿਸ਼ ਕਰਨ, ਹੋਈਆਂ ਭੁੱਲਾਂ ਖਿਮਾ ਕਰਨੀਆਂ ਜੀ। ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।